You are welcome to online service of Revival Punjabi Church. Be blessed. ਹਾਲੇਲੂਇਆ, ਪ੍ਰੇਜ਼ ਦਾ ਲਾਰਡ। ਅੱਜ ਆਪਾਂ ਸਾਰੇ ਭੈਣ ਭਰਾ ਇੱਕ ਐਸੀ ਨਵੀਂ ਦੀ ਸਟੋਰੀ 'ਚ ਜਾਵਾਂਗੇ ਜਿਹੜਾ ਨਵੀਂ ਪਰਮੇਸ਼ਰ ਤੋਂ ਭੱਜਣਾ ਚਾਹੁੰਦਾ ਸੀ। ਕੀ ਆਪਾਂ ਪਰਮੇਸ਼ਰ ਤੋਂ ਭੱਜ ਸਕਦੇ ਹਾਂ? ਆਪਾਂ ਸਾਰੇ ਕਵਾਂਗੇ ਨਹੀਂ, ਪਰ ਕਈ ਵਾਰ ਸਾਡੀ ਜ਼ਿੰਦਗੀ 'ਚ ਇੱਦਾਂ ਦੇ ਹਾਲਾਤ ਆ ਜਾਂਦੇ, ਪਰਮੇਸ਼ਰ ਸਾਨੂੰ ਇਸਤੇਮਾਲ ਕਰਨਾ ਚਾਹੁੰਦਾ ਆ, ਪਰ ਅਸੀਂ ਕੋਸ਼ਿਸ਼ ਕਰਦੇ ਹਾਂ ਦੂਜੇ ਪਾਸੇ ਨੂੰ ਜਾਣ ਦੀ। ਜਿਸ ਤਰ੍ਹਾਂ ਅੱਜ ਆਪਾਂ ਯੋਨਾ ਨਵੀ ਦੀ ਕਿਤਾਬ ਦੇ ਵਿੱਚੋਂ ਪੜ੍ਹਾਂਗੇ ਕਿ ਪਰਮੇਸ਼ਰ ਨੇ ਯੋਨਾ ਨਵੀ ਨੂੰ ਆਪਣੇ ਲੋਕਾਂ ਨੂੰ ਬਚਾਉਣ ਵਾਸਤੇ ਭੇਜਣਾ ਚਾਹੁੰਦਾ ਆ, ਤੇ ਯੋਨਾ ਨਵੀ ਜਿਹੜਾ ਆ ਉਹ ਦੂਜੇ ਪਾਸੇ ਨੂੰ ਚਲਾ ਜਾਂਦਾ ਆ। ਇਸੇ ਤਰ੍ਹਾਂ ਅੱਜ ਸਾਡੀ ਮਸੀਹਾਂ ਦੀ ਜ਼ਿੰਦਗੀ ਦੇ ਵਿੱਚ ਵੀ ਇਹੀ ਕੁਝ ਹੋ ਰਿਹਾ ਆ। ਪਰਮੇਸ਼ਰ ਸਾਨੂੰ ਚਾਹੁੰਦਾ ਆ ਕਿ ਦੁਨੀਆ ਦੇ ਵਿੱਚ ਕਿੰਨਾ ਕਹਿਰ ਹੋਇਆ ਪਿਆ, ਕਿੱਦਾਂ ਦੀਆਂ ਬਿਮਾਰੀਆਂ ਆਈਆਂ ਹੋਈਆਂ ਆ, ਕਿੱਦਾਂ ਦੇ ਪਾਪ ਵਧੇ ਹੋ ਆ। ਉਹ ਕੰਮ ਜਿਹੜੇ ਪਰਮੇਸ਼ਰ ਨੂੰ ਬਿਲਕੁਲ ਪਸੰਦ ਨਹੀਂ ਸੀ, ਉਹ ਦੁਨੀਆ ਤੇ ਹੋ ਰਹੇ। ਆਪਾਂ ਰੋਜ਼ ਨਿਊਜ਼ ਦੇਖਦੇ ਆ, ਆਪਣੇ ਆਪਣਿਆਂ ਨੂੰ ਮਾਰ ਰਹੇ ਆ, ਆਪਣੇ ਆਪਣਿਆਂ ਨਾਲ ਗਲਤ ਕੰਮ ਕਰ ਰਹੇ ਆ। ਇੰਨਾ ਤਸ਼ੱਦਦ ਦੁਨੀਆ ਤੇ ਹੋ ਰਿਹਾ ਆ ਕਿ ਇਸ ਟਾਈਮ ਪਰਮੇਸ਼ਰ ਵੀ ਚਾਹੁੰਦਾ ਆ ਕਿ ਆਪਾਂ ਜਾ ਕੇ ਉਹਨਾਂ ਲੋਕਾਂ ਤੱਕ ਪਰਮੇਸ਼ਰ ਦੀ ਖੁਸ਼ਖਬਰੀ ਨੂੰ, ਉਸ ਸੁਨੇਹੇ ਨੂੰ ਪਹੁੰਚਾਈਏ ਕਿ ਪਰਮੇਸ਼ਰ ਪਾਪੀਆਂ ਨੂੰ ਬਚਾਉਣ ਆਇਆ। ਹਾਲੇਲੂਇਆ, ਸੱਚਮੁੱਚ ਪਰਮੇਸ਼ਰ ਪਾਪੀਆਂ ਨੂੰ ਬਚਾਉਣ ਆਇਆ। ਅਸੀਂ ਵੀ ਇੱਕ ਦਿਨ, ਮੈਂ ਵੀ ਤੇ ਤੁਸੀਂ ਵੀ ਇੱਕ ਦਿਨ ਗੁਨਾਹ 'ਚ ਫਸੇ ਸੀ। ਜਦੋਂ ਪਰਮੇਸ਼ਰ ਦੀ ਕਿਰਪਾ ਹੋਈ, ਸਾਡੇ ਤੇ ਦੁੱਖ ਆਏ ਤੇ ਅਸੀਂ ਉਸ ਪਰਮੇਸ਼ਰ ਨੂੰ ਜਾਣਿਆ, ਅਸੀਂ ਤੋਬਾ ਕੀਤੀ, ਪ੍ਰਭੂ ਯਿਸੂ ਮਸੀਹ ਤੇ ਵਿਸ਼ਵਾਸ ਕੀਤਾ, ਤੇ ਅੱਜ ਅਸੀਂ ਪਰਮੇਸ਼ਰ ਦੇ ਨਾਮ ਨੂੰ ਉੱਚਾ ਕਰ ਰਹੇ ਹਾਂ। ਹਾਲੇਲੂਇਆ, ਇਹ ਉਹਦੀ ਮਰਜ਼ੀ ਤੋਂ ਬਿਨਾਂ ਨਹੀਂ ਹੁੰਦਾ, ਉਹਦੀ ਕਿਰਪਾ ਦੇ ਨਾਲ ਹੁੰਦਾ ਆ। ਹਾਲੇਲੂਇਆ, ਉਸ ਪਰਮੇਸ਼ਰ ਦੀ ਵਡਿਆਈ ਕਰੀਏ, ਉਹਦੀ ਉਸਤਤ ਕਰੀਏ ਜਿਹਨੇ ਸਾਨੂੰ ਚੁਣ ਲਿਆ। ਬਚਨ 'ਚ ਲਿਖਿਆ ਕਿ ਪਰਮੇਸ਼ਰ ਨੇ ਨਕੰਮਿਆਂ ਨੂੰ ਚੁਣ ਲਿਆ। ਉਹਨਾਂ ਵਿੱਚੋਂ ਇੱਕ ਮੈਂ ਵੀ ਸੀ, ਜਿਹਨੂੰ ਕੋਈ ਪਸੰਦ ਨਹੀਂ ਸੀ ਕਰਦਾ, ਜਿੰਨਾ ਕੋਈ ਬੋਲਦਾ ਨਹੀਂ ਸੀ। ਸਭ ਨੇ ਦਰਕਾਰ ਦਿੱਤਾ ਸੀ, ਸਭ ਨੇ ਛੱਡ ਦਿੱਤਾ ਸੀ। ਜਦੋਂ ਇੱਕ ਇਦਾਂ ਦਾ ਸਮਾਂ ਆਇਆ, ਜਦੋਂ ਬਿਲਕੁਲ ਇਕੱਲੇ ਮਹਿਸੂਸ ਕੀਤਾ, ਪਰਮੇਸ਼ਰ ਨੂੰ ਪੁਕਾਰਿਆ ਤੇ ਪਰਮੇਸ਼ਰ ਨੇ ਆਪਣਾ ਹੱਥ ਵਧਾਇਆ, ਉਸ ਦੁਆ ਨੂੰ ਸੁਣਿਆ, ਉਸ ਰੋਣੇ ਨੂੰ ਸੁਣਿਆ, ਤੇ ਪਰਮੇਸ਼ਰ ਨੇ ਮੈਨੂੰ ਉਸ ਪਾਪ ਦੇ ਵਿੱਚੋਂ ਕੱਢ ਕੇ, ਉਹਨਾਂ ਬਦਰੂਹਾਂ ਤੋਂ ਛੁਟਕਾਰਾ ਦੇ ਕੇ, ਉਹਨਾਂ ਬਿਮਾਰੀਆਂ ਤੋਂ ਛੁਟਕਾਰਾ ਦੇ ਕੇ ਅੱਜ ਤੁਹਾਡੇ ਸਾਹਮਣੇ ਪਰਮੇਸ਼ਰ ਨੇ ਆਪਣੇ ਵਾਸਤੇ ਚੁਣ ਲਿਆ। ਹਾਲੇਲੂਇਆ, ਸਾਰੀ ਵਡਿਆਈ ਉਹਦੇ ਨਾਂ ਨੂੰ ਦਿੰਨੇ। ਇਸੇ ਤਰ੍ਹਾਂ ਪਰਮੇਸ਼ਰ ਅੱਜ ਤੁਹਾਨੂੰ ਵੀ ਕਹਿ ਰਿਹਾ ਆ, ਇਸੇ ਤਰ੍ਹਾਂ ਤੁਹਾਨੂੰ ਵੀ ਕਹਿ ਰਿਹਾ, ਸਾਰਿਆਂ ਨੂੰ ਕਹਿ ਰਿਹਾ ਪਰਮੇਸ਼ਰ ਕਿ ਮੇਰੀ ਵੱਲ ਮੁੜੋ, ਤੋਬਾ ਕਰੋ, ਬਪਤਿਸਮਾ ਲਓ ਤੇ ਪਰਮੇਸ਼ਰ ਦੇ ਗਵਾਹ ਬਣੋ। ਹਾਲੇਲੂਇਆ, ਧੰਨਵਾਦ ਕਰਦੇ ਪ੍ਰਭੂ ਯਿਸੂ ਮਸੀਹ ਦਾ। ਹਾਲੇਲੂਇਆ। ਆਪਾਂ ਦੇਖਦੇ ਹਾਂ ਯੋਨਾ ਦੀ ਕਿਤਾਬ ਦੇ ਪਹਿਲੇ ਚੈਪਟਰ ਦੇ ਆਪਾਂ ਦੂਜੇ ਵਰਸ ਤੋਂ ਪੜ੍ਹਦੇ ਹਾਂ। ਹਾਲੇਲੂਇਆ, ਜਿੱਥੇ ਯੋਨਾ ਨੂੰ ਪ੍ਰਭੂ ਕਹਿੰਦੇ ਆ, ਉੱਠ ਵੱਡੇ ਨਗਰ ਨਿਨਵੇ ਨੂੰ ਜਾ ਅਤੇ ਉਸ ਦੇ ਨਿਵਾਸੀਆਂ ਨੂੰ ਕਹਿ ਕਿ ਤੁਹਾਡੀ ਬੁਰਾਈ ਮੇਰੇ ਤੱਕ ਪਹੁੰਚ ਚੁੱਕੀ ਹੈ। ਪਰ ਯੋਨਾ ਨੇ ਪਰਮੇਸ਼ਰ ਦੇ ਸਾਹਮਣੇੋਂ ਤਾਰਸ਼ੀਸ਼ ਨਗਰ ਨੂੰ ਭੱਜਣ ਦਾ ਯਤਨ ਕੀਤਾ। ਉਹ ਪਹਿਲਾਂ ਜਾਪਾ ਨਗਰ ਨੂੰ ਗਿਆ, ਜਿੱਥੇ ਉਸ ਨੂੰ ਤਾਰਸ਼ੀਸ਼ ਨਗਰ ਨੂੰ ਜਾਣ ਵਾਲਾ ਇੱਕ ਸਮੁੰਦਰੀ ਜਹਾਜ਼ ਮਿਲ ਗਿਆ। ਇਸ ਲਈ ਯੋਨਾ ਉਸ ਜਹਾਜ਼ ਤੇ ਆਪਣਾ ਕਿਰਾਇਆ ਦੇ ਕੇ ਦੂਜੇ ਮੁਸਾਫਰਾਂ ਨਾਲ ਉਸ ਵਿੱਚ ਚੜ੍ਹ ਗਿਆ ਕਿ ਉਹ ਵੀ ਉਹਨਾਂ ਦੇ ਨਾਲ ਪ੍ਰਭੂ ਦੇ ਸਾਹਮਣੇੋਂ ਤਾਰਸ਼ੀਸ਼ ਨਗਰ ਨੂੰ ਚਲਾ ਜਾਵੇ। ਯੋਨਾ ਪਰਮੇਸ਼ਰ ਨੂੰ ਜਾਣਦਾ ਸੀ, ਪਰਮੇਸ਼ਰ ਨੇ ਉਹਨੂੰ ਚੁਣਿਆ ਸੀ। ਪਰ ਇੱਥੇ ਜਦੋਂ ਪਰਮੇਸ਼ਰ ਦਾ ਦੈਵੀ ਸੰਦੇਸ਼ ਯੋਨਾ ਨੂੰ ਆਉਂਦਾ ਆ ਕਿ ਤੂੰ ਜਾ ਕੇ ਨਿਨਵੇ ਨਗਰ ਦੇ ਜਿਹੜੇ ਲੋਕ ਸੀ, ਉਹਨਾਂ ਵਿੱਚ ਬਹੁਤ ਪਾਪ, ਕਹਿਰ, ਤਸ਼ੱਦਦ, ਬੁਰਾਈ, ਇੰਨਾ ਕੁਛ ਵੱਧ ਗਿਆ ਸੀ ਕਿ ਪਰਮਾਰ ਕੁੱਟ ਸਭ ਕੁਝ ਉੱਥੇ ਸੀ। ਪਾਪ ਸੀ ਬਹੁਤ ਜ਼ਿਆਦਾ, ਤੇ ਪਰਮੇਸ਼ਰ ਨੂੰ ਪਾਪ ਚੰਗਾ ਨਹੀਂ ਲੱਗਦਾ। ਜਿੱਦਾਂ ਆਪਾਂ ਨੂੰ ਸਾਰਿਆਂ ਨੂੰ ਪਤਾ ਆ, ਪਰਮੇਸ਼ਰ ਨੂੰ ਪਸੰਦ ਨਹੀਂ ਇਹ ਚੀਜ਼ਾਂ, ਤੇ ਪਰਮੇਸ਼ਰ ਸਾਨੂੰ ਬਚਾਉਣਾ ਚਾਹੁੰਦਾ ਆ। ਉਹ ਸਾਡਾ ਪਿਤਾ ਆ। ਜਿਸ ਤਰ੍ਹਾਂ ਆਪਣੇ ਬੱਚੇ ਕਈ ਵਾਰ ਗਲਤ ਪਾਸੇ ਚੱਲ ਜਾਂਦੇ ਆ, ਤੇ ਸਾਨੂੰ ਉਹ ਕੰਮ ਪਸੰਦ ਨਹੀਂ ਗੇ ਜਿਹੜੇ ਬੱਚੇ ਕਰਦੇ ਆ, ਤੇ ਆਪਾਂ ਆਪਣੇ ਬੱਚਿਆਂ ਨੂੰ ਬਚਾਉਣਾ ਚਾਹੁੰਦੇ ਆ। ਆਪਾਂ ਉਹਨਾਂ ਨੂੰ ਦੱਸਦੇ ਆ ਚੰਗੀਆਂ ਗੱਲਾਂ ਦੇ ਵਾਸਤੇ, ਉਹਨਾਂ ਨੂੰ ਕੋਸ਼ਿਸ਼ ਕਰਦੇ ਆ ਆਪਣੇ ਵੱਲ ਨੂੰ ਖਿੱਚਣ ਦੀ। ਇਸੇ ਤਰ੍ਹਾਂ ਸਾਡਾ ਪਰਮੇਸ਼ਰ ਜਿਹੜਾ ਸਾਨੂੰ ਬਣਾਉਣ ਵਾਲਾ ਆ, ਉਹ ਵੀ ਚਾਹੁੰਦਾ ਆ ਕਿ ਮੇਰੇ ਬੱਚੇ ਗਲਤ ਕੰਮਾਂ 'ਚ ਨਾ ਜਾਣ। ਉਹ ਸਾਨੂੰ ਅੱਜ ਬਚਾਉਣਾ ਚਾਹੁੰਦਾ ਆ। ਉਹ ਨਿਨਵੇ ਨੂੰ ਵੀ ਬਚਾਉਣਾ ਚਾਹੁੰਦਾ ਸੀ। ਉਸ ਨੇ ਯੋਨਾ ਨੂੰ ਕਿਹਾ ਕਿ ਤੂੰ ਉੱਥੇ ਜਾ, ਪਰ ਯੋਨਾ ਨੇ ਕੀ ਕੀਤਾ? ਆਪਾਂ ਦੇਖਦੇ ਹਾਂ, ਇਸ ਬੜੀ ਇੰਟਰਸਟਿੰਗ ਸਟੋਰੀ ਆ ਕਿ ਯੋਨਾ ਭਰਾ ਹੁਣੇ ਕੀ ਕੀਤਾ ਕਿ ਉਹ ਪਰਮੇਸ਼ਰ ਦੀ ਆਵਾਜ਼ ਸੁਣ ਕੇ ਪਰਮੇਸ਼ਰ ਵੱਲ ਨੂੰ ਜਾਣ ਦੀ ਬਜਾਏ ਉਲਟੇ ਪਾਸੇ ਨੂੰ ਤੁਰ ਪਏ।
ਕੀ ਪਰਮੇਸ਼ਰ ਤੋਂ ਕੋਈ ਲੁਕ ਸਕਦਾ ਆ? ਨਹੀਂ, ਪਰਮੇਸ਼ਰ ਤੋਂ ਕੋਈ ਲੁਕ ਨਹੀਂ ਸਕਦਾ। ਇਹ ਆਪਾਂ ਨੂੰ ਸਾਰਿਆਂ ਨੂੰ ਪਤਾ ਆ। ਫਿਰ ਕੋਸ਼ਿਸ਼ ਵੀ ਨਾ ਕਰੀਏ। ਕਈ ਵਾਰੀ ਅਸੀਂ ਵੀ ਆਪਣੇ ਜੀਵਨ ਦੇ ਵਿੱਚ ਇਦਾਂ ਹੀ ਕਰਦੇ ਹਾਂ ਕਿ ਅਸੀਂ ਪਰਮੇਸ਼ਰ ਤੋਂ ਲੁਕ ਕੇ ਆਹ ਕਰ ਲਈਏ, ਫਿਰ ਕਰ ਲਵਾਂਗੇ, ਆਪਣੀ ਮਨਮਰਜ਼ੀ ਦੇ ਮਾਲਕ ਹੋ ਜਾਂਦੇ ਹਾਂ। ਜੋਨਾ ਵੀ ਇੱਕ ਇਦਾਂ ਦਾ ਨਬੀ ਸੀ ਜਿਹੜਾ ਪਰਮੇਸ਼ਰ ਦੇ ਹੁਕਮ ਦੇ ਅੱਗੇ ਆਪਣੀ ਮਰਜ਼ੀ ਨੂੰ ਲੈ ਆਇਆ, ਤੇ ਮਰਜ਼ੀ ਜਿਹੜੀ ਆ ਉਹ ਕਈ ਵਾਰ ਮੁਸੀਬਤ ਬਣ ਜਾਂਦੀ ਆ। ਇੱਥੇ ਆਪਾਂ ਨੂੰ ਬਹੁਤ ਧਿਆਨ ਦੇ ਨਾਲ ਅੱਜ ਵਚਨ ਦੇ ਵਿੱਚ ਸਿੱਖਣ ਦੀ ਲੋੜ ਆ ਕਿ ਜਦੋਂ ਸਾਡੇ ਤੇ ਪ੍ਰੋਫੈਸੀ ਹੁੰਦੀ ਆ, ਪਰਮੇਸ਼ਰ ਦੇ ਸੇਵਕ ਸਾਨੂੰ ਪਰਮੇਸ਼ਰ ਦਾ ਵਚਨ ਦਿੰਦੇ ਆ ਕਿ ਪਰਮੇਸ਼ਰ ਨੇ ਤੁਹਾਨੂੰ ਇਹਨਾਂ ਕੰਮਾਂ ਵਾਸਤੇ ਚੁਣਿਆ ਆ, ਪਰਮੇਸ਼ਰ ਤੁਹਾਨੂੰ ਬੁਲਾਉਂਦਾ ਆ, ਪਰਮੇਸ਼ਰ ਤੁਹਾਡੀ ਜ਼ਿੰਦਗੀ 'ਚ ਆਹ ਕੰਮ ਲੈਣਾ ਚਾਹੁੰਦਾ ਆ। ਤੇ ਭੈਣੋ ਤੇ ਭਰਾਵੋ, ਕਈ ਵਾਰ ਅਸੀਂ ਉਹਨੂੰ ਧਿਆਨ ਨਹੀਂ ਦਿੰਦੇ। ਅਸੀਂ ਸੋਚਦੇ ਕਿ ਇਹ ਆਦਮੀ ਹੀ ਕਹਿ ਰਿਹਾ ਆ, ਪਰ ਨਹੀਂ। ਪਰਮੇਸ਼ਰ ਦੇ ਵਚਨ 'ਚ ਲਿਖਿਆ ਕਿ ਉਹ ਆਪਣੇ ਨਵੀਆਂ ਦੇ ਰਾਹੀਂ ਬੋਲਦਾ ਆ। ਹਾਲੇਲੂਇਆ। ਵਚਨ ਦੇ ਰਾਹੀਂ ਬੋਲਦਾ, ਉਹ ਆਪਣੇ ਸੇਵਾਦਾਰਾਂ ਦੇ ਰਾਹੀਂ ਬੋਲਦਾ ਹੈ, ਉਹ ਪਾਸਟਰਸ ਦੇ ਰਾਹੀਂ ਬੋਲਦਾ, ਉਹ ਪ੍ਰੋਫਿਟਸ ਦੇ ਰਾਹੀਂ ਬੋਲਦਾ ਆ, ਤਾਂ ਜੋ ਉਹਦਾ ਸੰਦੇਸ਼ ਸਾਨੂੰ ਮਿਲ ਸਕੇ। ਇਸ ਕਰਕੇ ਜੇ ਅੱਜ ਤੁਹਾਨੂੰ ਕਿਸੇ ਨੂੰ ਪਰਮੇਸ਼ਰ ਦਾ ਸੁਨੇਹਾ ਮਿਲਿਆ ਆ ਤਾਂ ਪਲੀਜ਼ ਭੈਣੋ ਤੇ ਭਰਾਵੋ ਇਹਨੂੰ ਸੀਰੀਅਸ ਲਵੋ। ਕਿਤੇ ਜੋਨਾ ਵਾਂਗੂ ਨਾ ਹੋਵੇ, ਕਿਤੇ ਤਕਲੀਫ 'ਚ ਜਾਣਾ ਨਾ ਪੈ ਜਾਵੇ, ਕਿਉਂਕਿ ਪਰਮੇਸ਼ਰ ਤੋਂ ਲੁਕ ਕੇ ਆਪਾਂ ਕਿਤੇ ਨਹੀਂ ਜਾ ਸਕਦੇ। ਪਰਮੇਸ਼ਰ ਦੀਆਂ ਅੱਖਾਂ ਸਾਡੇ ਤੇ ਲੱਗੀਆਂ। ਕੀ ਇਹਨਾਂ ਅੱਖਾਂ ਦੇ ਬਣਾਉਣ ਵਾਲਾ, ਕੀ ਸਾਨੂੰ ਬਣਾਉਣ ਵਾਲਾ ਪਰਮੇਸ਼ਰ ਸਾਨੂੰ ਦੇਖ ਨਹੀਂ ਸਕਦਾ? ਭਜਨ 139 ਦੇ ਵਿੱਚ ਜਿੱਦਾਂ ਆਪਾਂ ਗਾਉਂਦੇ ਹੁੰਨੇ ਚਰਚ ਦੇ ਵਿੱਚ ਕਿ ਖੁਦਾਇਆ ਤੇਰੀ ਰੂਹ ਤੋਂ ਭਲਾ ਮੈਂ ਭੱਜ ਕੇ ਕਿੱਧਰ ਨੂੰ ਜਾਵਾਂ। ਅਸੀਂ ਕਿਤੇ ਨਹੀਂ ਭੱਜ ਕੇ ਜਾ ਸਕਦੇ ਉਹਦੀ ਰੂਹ ਤੋਂ। ਜਿੱਥੇ ਵੀ ਜਾਵਾਂਗੇ ਉਹ ਉੱਥੇ ਹੀ ਹੋਊਗਾ। ਹਾਲੇਲੂਇਆ। ਉਹ ਹਰ ਇੱਕ ਜਗ੍ਹਾ ਮੌਜੂਦ ਹੈ। ਉਹ ਜਿੰਦਾ ਪਰਮੇਸ਼ਰ ਆ, ਉਹ ਮੁਰਦਾ ਨਹੀਂ ਕਿ ਦੇਖ ਨਾ ਸਕੇ, ਉਹ ਬੋਲਾ ਨਹੀਂ ਕਿ ਸੁਣ ਨਾ ਸਕੇ। ਉਹਦੀਆਂ ਅੱਖਾਂ ਤੇ ਉਹਦੇ ਕੰਨ ਹਮੇਸ਼ਾ ਸਾਡੇ ਤੇ ਲੱਗੇ ਰਹਿੰਦੇ ਆ। ਹਾਲੇਲੂਇਆ। ਤਾਂ ਚਾਹੇ ਅਸੀਂ ਜਿੱਥੇ ਮਰਜ਼ੀ ਚੱਲ ਜਾਈਏ, ਪਰ ਉਹਦੀ ਨਿਗਾਹ ਤੋਂ ਛੁਪ ਨਹੀਂ ਸਕਦੇ। ਆਮੇਨ। ਫਿਰ ਜੋਨਾ ਨੇ ਕੀ ਕੀਤਾ? ਉਹਨੇ ਦੂਜੇ ਪਾਸੇ ਨੂੰ ਜਾ ਕੇ ਕਿਰਾਇਆ ਪੇ ਕੀਤਾ ਤੇ ਸਮੁੰਦਰੀ ਜਹਾਜ਼ ਦੇ ਵਿੱਚ ਚੜ ਗਿਆ ਦੂਸਰੇ ਪਾਸੇ ਨੂੰ ਜਾਣ ਲਈ। ਹੁਣ ਜਿਸ ਤਰ੍ਹਾਂ ਅੱਜ ਦੇ ਮਸੀਹੀ ਜਿਹੜੇ ਆ, ਅਸੀਂ ਕੀ ਕਰਦੇ? ਅਸੀਂ ਕੰਫਰਟ 'ਚ ਰਹਿਣਾ ਚਾਹੁੰਦੇ, ਪਸੰਦ ਕਰਦੇ ਹਾਂ, ਕਿਉਂਕਿ ਪਰਮੇਸ਼ਰ ਨੇ ਸਾਨੂੰ ਬਹੁਤ ਸਹੂਲਤਾਂ ਦਿੱਤੀਆਂ, ਬਹੁਤ ਦਾਤਾਂ ਦਿੱਤੀਆਂ। ਅਸੀਂ ਇਹਨਾਂ ਦਾ ਇੰਜੋਏ ਕਰਨਾ ਚਾਹੁੰਦੇ ਹਾਂ। ਸਭ ਨੂੰ ਪਤਾ ਕਿ ਜਦੋਂ ਪਰਮੇਸ਼ਰ ਦਾ ਕੰਮ ਕਰਨਾ ਤੇ ਉਹਦੇ ਵਿੱਚ ਮੁਸੀਬਤਾਂ, ਰੁਕਾਵਟਾਂ ਆਉਣੀਆਂ ਆ। ਇਸ ਕਰਕੇ ਅਸੀਂ ਉਹਨਾਂ ਨੂੰ ਛੱਡ ਕੇ ਅਸੀਂ ਦੂਜੇ ਪਾਸੇ ਨੂੰ ਜਾਣਾ ਚਾਹੁੰਦੇ। ਅਸੀਂ ਆਰਾਮ ਦੀ ਜ਼ਿੰਦਗੀ ਜੀਣਾ ਚਾਹੁੰਦੇ ਹਾਂ। ਅੱਜ ਪਰਮੇਸ਼ਰ ਸਾਨੂੰ ਕੀ ਕਹਿਣਾ ਚਾਹੁੰਦਾ ਆ? ਕੰਫਰਟ ਇਹਦੇ ਵਿੱਚ ਨਹੀਂ ਗਾ, ਆਰਾਮ ਇਹਦੇ ਵਿੱਚ ਨਹੀਂ ਗਾ। ਜੇ ਅਸੀਂ ਪਰਮੇਸ਼ਰ ਦੀ ਆਵਾਜ਼ ਨੂੰ ਨਾ ਸੁਣਾਂਗੇ ਤਾਂ ਹੋ ਸਕਦਾ ਅਸੀਂ ਕਿਸੇ ਮੁਸੀਬਤ ਦੇ ਵਿੱਚ ਪੈ ਜਾਈਏ। ਇਸ ਕਰਕੇ ਪਰਮੇਸ਼ਰ ਨੂੰ ਸੀਰੀਅਸ ਲਈਏ ਤੇ ਉਹਦੀ ਆਵਾਜ਼ ਨੂੰ ਸੁਣ ਕੇ ਉਹਦੇ ਵਚਨਾਂ ਮੁਤਾਬਕ ਕਰੀਏ। ਹਾਲੇਲੂਇਆ। ਉਹ ਦੂਜੇ ਪਾਸੇ ਨੂੰ ਚਲਾ ਗਿਆ। ਅਜੇ ਉਹ ਚੱਲਿਆ ਹੀ ਸੀ, ਕਿਰਾਇਆ ਦੇ ਕੇ ਜਹਾਜ਼ 'ਚ ਬੈਠਾ ਹੀ ਸੀ, ਉਹਦਾ ਸਫ਼ਰ ਅਜੇ ਸ਼ੁਰੂ ਹੀ ਹੋਣਾ ਸੀ। ਕੀ ਹੋਇਆ? ਪਹਿਲੇ ਚੈਪਟਰ ਦਾ 4ਵਾਂ ਵਰਸ ਆਪਾਂ ਪੜ੍ਹਦੇ ਹਾਂ। ਪਰ ਪ੍ਰਭੂ ਨੇ ਸਮੁੰਦਰ ਤੇ ਇੱਕ ਵੱਡੀ ਹਨੇਰੀ ਚਲਾ ਦਿੱਤੀ, ਜਿਸ ਕਾਰਨ ਸਮੁੰਦਰ ਵਿੱਚ ਇੱਕ ਭਿਅੰਕਰ ਤੂਫਾਨ ਆ ਗਿਆ। ਹੁਣ ਇੱਥੇ ਲਿਖਿਆ ਕਿ ਪ੍ਰਭੂ ਨੇ ਸਮੁੰਦਰ ਦੇ ਵਿੱਚ ਇੱਕ ਵੱਡੀ ਹਨੇਰੀ, ਭਿਅੰਕਰ ਹਨੇਰੀ ਚਲਾ ਦਿੱਤੀ। ਤੂਫਾਨ ਆ ਗਿਆ, ਇੱਥੋਂ ਤੱਕ ਕਿ ਜਹਾਜ਼ ਦੇ ਟੁੱਟਣ ਦਾ ਖਤਰਾ ਪੈਦਾ ਹੋਣ ਲੱਗ ਗਿਆ। ਇਸ ਤੋਂ ਜਹਾਜ਼ਵਾਨ ਡਰ ਗਏ। ਹਰ ਕੋਈ ਆਪਣੇ ਦੇਵਤੇ ਨੂੰ ਪੁਕਾਰਨ ਲੱਗਾ। ਉਹ ਜਹਾਜ਼ ਨੂੰ ਹੌਲਾ ਕਰਨ ਦੇ ਲਈ ਉਸ ਵਿਚਲਾ ਖਾਲੀ ਮਾਲ ਸਮੁੰਦਰ ਵਿੱਚ ਸੁੱਟਣ ਲੱਗੇ, ਪਰ ਜੋਨਾ ਜਹਾਜ਼ ਦੇ ਹੇਠਲੇ ਤਹਿਖਾਨੇ ਵਿੱਚ ਜਾ ਕੇ ਗੂੜੀ ਨੀਂਦੇ ਸੁੱਤਾ ਪਿਆ ਸੀ। ਇਸ ਲਈ ਜਹਾਜ਼ ਦਾ ਕਪਤਾਨ ਉਸ ਦੇ ਕੋਲ ਗਿਆ ਅਤੇ ਬੋਲਿਆ, ਉਹ ਸੌਣ ਵਾਲੇ, ਤੈਨੂੰ ਕੀ ਹੋਇਆ ਹੈ? ਉੱਠ ਤੇ ਆਪਣੇ ਦੇਵਤੇ ਨੂੰ ਪੁਕਾਰ। ਹੋ ਸਕਦਾ ਹੈ ਕਿ ਉਹ ਹੀ ਸਾਡੇ ਵੱਲ ਥੋੜਾ ਧਿਆਨ ਦੇਵੇ ਕਿ ਅਸੀਂ ਨਾਸ਼ ਹੋਣ ਤੋਂ ਬਚ ਜਾਈਏ। ਇੱਥੇ ਕੀ ਹੋਇਆ ਕਿ ਜਦੋਂ ਸਮੁੰਦਰ ਦੇ ਵਿੱਚ ਤੂਫਾਨ ਆ ਗਿਆ, ਜਦੋਂ ਜੋਨਾ ਸਮੁੰਦਰ 'ਚ ਚੜ ਗਿਆ, ਸਮੁੰਦਰ ਚੱਲਿਆ, ਉਸੇ ਵੇਲੇ ਤੂਫਾਨ ਆ ਗਿਆ। ਕਈ ਵਾਰ ਸਾਡੀ ਜ਼ਿੰਦਗੀ ਦੇ ਵਿੱਚ ਤੂਫਾਨ ਤੇ ਮੁਸੀਬਤਾਂ ਆਉਂਦੀਆਂ ਆ। ਇਹ ਨਾ ਸੋਚੋ ਕਿ ਪਰਮੇਸ਼ਰ ਦੇਖਦਾ ਨਹੀਂਗਾ। ਇਹ ਤੂਫਾਨ ਤੇ ਮੁਸੀਬਤਾਂ ਸਾਡੇ ਆਪਣੇ ਹੀ ਪੈਦਾ ਕੀਤੇ ਹੋਏ ਆ। ਸਾਨੂੰ ਸਮਝ ਨਹੀਂ ਲੱਗਦੀ ਜਿੰਨੀ ਦੇਰ ਅਸੀਂ ਇਸ ਵਚਨ ਨੂੰ ਨਹੀਂ ਪੜ੍ਹਦੇ। ਜਦੋਂ ਇਸ ਵਚਨ ਨੂੰ ਪੜ੍ਹਦੇ ਆ ਤੇ ਸਾਨੂੰ ਸਮਝ ਲੱਗਦੀ ਕਿ ਸਾਡੇ ਕਿਹੋ ਜਿਹੇ ਕੰਮ ਆ, ਕਿਉਂ ਸਾਡੇ ਨਾਲ ਇਹ ਹੋ ਰਿਹਾ ਆ। ਜਦੋਂ ਅਸੀਂ ਵਚਨ ਪੜ੍ਹਦੇ ਆ ਤਾਂ ਸਾਨੂੰ ਸਮਝ ਲੱਗਦੀ ਕਿ ਪਰਮੇਸ਼ਰ ਕੀ ਚਾਹੁੰਦਾ ਆ ਤੇ ਪਰਮੇਸ਼ਰ ਕੀ ਨਹੀਂ ਚਾਹੁੰਦਾ। ਹਾਲੇਲੂਇਆ। ਇਸ ਕਰਕੇ ਅੱਜ ਇੱਥੇ ਆਪਾਂ ਕੀ ਦੇਖਦੇ ਆ? ਜਦੋਂ ਪਰਮੇਸ਼ਰ ਦਾ ਹੁਕਮ ਟੁੱਟਾ, ਅਵਗਿਆਕਾਰੀ ਆਈ, ਉਦੋਂ ਉਹ ਦੂਜੇ ਪਾਸੇ ਨੂੰ
ਤੁਰਿਆ ਜਦੋਂ ਤੇ ਉਹਨੇ ਸਮੁੰਦਰੀ ਜਹਾਜ਼ ਦੇ ਵਿੱਚ ਬੈਠਾ ਤੇ ਉਸੇ ਵੇਲੇ ਤੂਫਾਨ ਆ ਗਿਆ। ਕਈ ਵਾਰੀ ਅਸੀਂ ਜਦੋਂ ਪਰਮੇਸ਼ਰ ਦੇ ਰਾਹ ਤੋਂ ਦੂਜੇ ਪਾਸੇ ਨੂੰ ਚੱਲਦੇ ਹਾਂ, ਅਸੀਂ ਉਸ ਤੂਫਾਨ ਵਿੱਚ ਖੁਦ ਨਹੀਂ ਇਕੱਲੇ, ਉਸ ਦਰਦ ਦੇ ਵਿੱਚ ਨਾਲ ਆਪਣੇ ਪਰਿਵਾਰ ਨੂੰ, ਆਪਣੇ ਭੈਣ ਭਰਾਵਾਂ ਨੂੰ, ਨਾਲ ਦਿਆਂ ਨੂੰ ਵੀ ਨਾਲ ਡੋਬ ਲੈਂਦੇ ਆ, ਸਫ਼ਰ ਕਰਾਉਂਦੇ ਆ ਨਾਲ। ਇਸ ਕਰਕੇ ਬਹੁਤ ਜ਼ਰੂਰੀ ਆ ਕਿ ਪਰਮੇਸ਼ਰ ਦੇ ਵਚਨਾਂ ਨੂੰ ਪੜ੍ਹੀਏ, ਇਹਨਾਂ ਤੇ ਚੱਲੀਏ ਤੇ ਇਹਨਾਂ ਮੁਤਾਬਕ ਜ਼ਿੰਦਗੀ ਨੂੰ ਬਤੀਤ ਕਰੀਏ, ਪਰਮੇਸ਼ਰ ਨੂੰ ਖੁਸ਼ ਕਰ ਸਕੀਏ ਤਾਂ ਜੋ ਉਹਦੀ ਕਿਰਪਾ ਸਾਡੇ ਤੇ ਬਣੀ ਰਹੇ। ਹਾਲੇਲੂਇਆ। ਫਿਰ ਕੀ ਕੀਤਾ ਉਹਨਾਂ ਨੇ? ਜਿੰਨੇ ਵੀ ਜਹਾਜ਼ ਦੇ ਵਿੱਚ ਸੀ ਲੋਕ, ਉਹਨਾਂ ਨੇ ਆਪਣੇ ਆਪਣੇ ਦੇਵਤੇ ਨੂੰ ਪੁਕਾਰਿਆ। ਹੁਣ ਇੱਥੇ ਕੀ ਆਪਾਂ ਦੇਖਦੇ ਕਿ ਬਹੁਤ ਦੇਵਤੇ ਆ, ਸਭ ਨੇ ਆਪਣੇ ਆਪਣੇ ਦੇਵਤਿਆਂ ਨੂੰ ਪੁਕਾਰਿਆ। ਫਿਰ ਜਹਾਜ਼ ਦਾ ਕਪਤਾਨ ਜਿਹੜਾ ਸੀ ਉਹ ਥੱਲੜੇ ਪਾਸੇ ਗਿਆ, ਜਿੱਥੇ ਜੋਨਾ ਜਿਹੜਾ ਆ ਉਹ ਗੂੜੀ ਨੀਂਦੇ ਸੁੱਤਾ ਪਿਆ ਸੀ। ਹੁਣ ਇੱਥੇ ਦੇਖੋ ਕਿ ਜੋਨਾ ਹੁਣੀ ਗੂੜੀ ਨੀਂਦੇ ਸੁੱਤੇ ਪਏ ਆ, ਭੁਚਾਲ ਆਇਆ ਹੋਇਆ ਆ, ਸਾਰੇ ਤੜਫ ਰਹੇ ਆ, ਸਾਰੇ ਦੁਹਾਈ ਪਾ ਰਹੇ ਅਸੀਂ ਡੁੱਬ ਚੱਲੇ ਆ। ਤੇ ਇਧਰ ਭਾਈ ਸਾਹਿਬ ਉਹਨਾਂ ਨੂੰ ਕਿੰਨੀ ਗੂੜੀ ਨੀਂਦ ਆਈ, ਉਹ ਕਿੰਨੇ ਬੇਫਿਕਰੇ, ਕਿੰਨੇ ਲਾਪਰਵਾਹ ਹੋਊਗਾ ਜੋਨਾ ਕਿ ਜਿਹੜਾ ਇੰਨੀ ਗੂੜੀ ਨੀਂਦੇ ਸੁੱਤਾ ਹੋਇਆ। ਅੱਜ ਆਪਾਂ ਵੀ ਕਈ ਜਾਣੇ ਇਦਾਂ ਹੀ ਪਰਮੇਸ਼ਰ ਦੇ ਵਚਨ ਤੋਂ ਦੂਰ ਹੋ ਕੇ ਇਦਾਂ ਹੀ ਸੁੱਤੇ ਪਏ ਆ। ਪਰਮੇਸ਼ਰ ਅੱਜ ਸਾਨੂੰ ਕੁਝ ਕਹਿਣਾ ਚਾਹੁੰਦਾ ਆ। ਹਾਲੇਲੂਇਆ। ਜਦੋਂ ਕਪਤਾਨ ਨੇ ਉਹਨੂੰ ਕਿਹਾ ਕਿ ਤੂੰ ਕੌਣ ਆ, 6ਵਾਂ ਵਰਸ ਪੜ੍ਹਦੇ ਆ। ਇਸ ਲਈ ਜਹਾਜ਼ ਦਾ ਕਪਤਾਨ ਉਸਦੇ ਕੋਲ ਗਿਆ ਤੇ ਬੋਲਿਆ, ਉਹ ਸੌਣ ਵਾਲੇ, ਤੈਨੂੰ ਕੀ ਹੋਇਆ ਹੈ? ਉੱਠ ਅਤੇ ਆਪਣੇ ਦੇਵਤੇ ਨੂੰ ਪੁਕਾਰ। ਹੋ ਸਕਦਾ ਹੈ ਕਿ ਉਹ ਹੀ ਸਾਡੇ ਵੱਲ ਥੋੜਾ ਧਿਆਨ ਦੇਵੇ ਅਤੇ ਅਸੀਂ ਨਾਸ਼ ਹੋਣ ਤੋਂ ਬਚ ਜਾਈਏ। ਹੁਣ ਉਹਨੇ ਇੱਥੇ ਆ ਕੇ ਕੀ ਕਿਹਾ? ਤੂੰ ਸੁੱਤਾ ਪਿਆ, ਉੱਠ ਤੇ ਆਪਣੇ ਦੇਵਤੇ ਨੂੰ ਪੁਕਾਰ। ਕੀ ਪਤਾ ਉਹ ਹੀ ਸੁਣ ਲਵੇ। ਤੇ ਉਹਨਾਂ ਨੇ ਸੋਚਿਆ ਕਿ ਇਹਦਾ ਦੇਵਤਾ ਵੀ ਸ਼ਾਇਦ ਸਾਡੇ ਦੇਵਤਿਆਂ ਵਰਗਾ ਹੀ ਹੋਊਗਾ ਤੇ ਅਸੀਂ ਨਾਸ਼ ਹੋਣ ਤੋਂ ਬਚ ਜਾਈਏ। ਇੱਥੇ ਹੁਣ 7ਵੇਂ ਵਰਸ 'ਚ ਆਪਾਂ ਦੇਖਦੇ ਹਾਂ, ਤਦ ਉਹ ਇੱਕ ਦੂਜੇ ਨੂੰ ਕਹਿਣ ਲੱਗੇ, ਆਓ ਅਸੀਂ ਗੁਣੇ ਪਾ ਕੇ ਦੇਖੀਏ ਕਿ ਇਹ ਮੁਸੀਬਤ ਸਾਡੇ ਤੇ ਕਿਸ ਦੇ ਕਾਰਨ ਆਈ ਹੈ। ਮੰਨਣ ਵਾਲੇ ਉਹ ਵੀ ਰੱਬ ਨੂੰ ਸੀ, ਪਰ ਉਸ ਰੱਬ ਨੂੰ ਨਹੀਂ ਸੀ ਜਾਣਦੇ ਜਿਹੜਾ ਜੋਨਾ ਦਾ ਰੱਬ ਸੀ। ਉਹ ਦੇਵਤਿਆਂ ਨੂੰ ਜਾਣਦੇ ਸੀ, ਪਰ ਉਹਨਾਂ ਨੇ ਫਿਰ ਵੀ ਸੋਚਿਆ, ਰੱਬ ਤੋਂ ਡਰਦੇ ਸੀ, ਚਾਹੇ ਉਹ ਨਹੀਂ ਸੀ ਜਾਣਦੇ, ਡਰਦੇ ਸੀ ਕਿ ਗੁਣੇ ਪਾ ਲਈਏ ਕਿ ਕਿਹਦੇ ਕਰਕੇ ਮੁਸੀਬਤ ਆਈ ਆ। ਉਹਨਾਂ ਨੂੰ ਵੀ ਇੱਥੇ ਜ਼ਰੂਰ ਪਤਾ ਹੋਊਗਾ ਕਿ ਮੁਸੀਬਤ ਜਿਹੜੀ ਆ ਕਿਸੇ ਗਲਤੀ ਦੇ ਕਰਕੇ ਆਉਂਦੀ, ਵੱਡੀ ਮੁਸੀਬਤ। ਇੱਥੇ ਆਪਾਂ ਦੇਖਦੇ ਹਾਂ, ਜਦੋਂ ਕੋਈ ਮੁਸੀਬਤ ਆਉਂਦੀ, ਇਹ ਨਾ ਸੋਚੋ ਕਿ ਰੱਬ ਨੂੰ ਦੋਸ਼ ਲਾਈਏ, ਉਸ ਵੇਲੇ ਸੋਚੋ ਕਿ ਕਿਉਂ ਆਈ ਆ, ਕੀ ਗਲਤੀ ਆ। ਪਰਮੇਸ਼ਰ ਦੇ ਨੇੜੇ ਜਾਈਏ, ਉਹਨੂੰ ਪੁਕਾਰੀਏ, ਉਹਨੂੰ ਪੁੱਛੀਏ। ਹਾਲੇਲੂਇਆ। ਇਸ ਲਈ ਉਹਨਾਂ ਨੇ ਗੁਣੇ ਪਾਏ ਤੇ ਗੁਣਾ ਜੋਨਾ ਦੇ ਨਾਂ ਦਾ ਨਿਕਲਿਆ। ਇਸ ਤੇ ਉਹਨਾਂ ਨੇ ਜੋਨਾ ਤੋਂ ਪੁੱਛਿਆ, ਤੂੰ ਹੀ ਹੁਣ ਦੱਸ ਸਾਡੇ ਤੇ ਆਈ ਇਸ ਮੁਸੀਬਤ ਦਾ ਕਾਰਨ ਕੌਣ ਹੈ? ਉਹਨਾਂ ਨੇ ਫਿਰ ਜੋਨਾ ਨੂੰ ਪੁੱਛਿਆ ਕਿ ਇਸ ਮੁਸੀਬਤ ਜਿਹੜੀ ਆਈ ਆ ਇਹਦਾ ਕਾਰਨ ਕੌਣ ਆ? ਤੇਰਾ ਧੰਦਾ ਕੀ ਹੈ? ਤੂੰ ਕਿੱਥੋਂ ਆਇਆ ਹੈ? ਤੇਰਾ ਕਿਹੜਾ ਦੇਸ਼ ਹੈ? ਅਤੇ ਤੂੰ ਕਿਹੜੇ ਲੋਕਾਂ ਨਾਲ ਸੰਬੰਧ ਰੱਖਦਾ ਹੈ? ਇੱਥੇ ਉਹਨਾਂ ਨੇ ਕਾਹਲੀ ਕਾਹਲੀ 'ਚ 3-4 ਕੁਐਸਚਨ ਜੋਨਾ ਨੂੰ ਪੁੱਛ ਲਏ ਕਿ ਤੂੰ ਕਿੱਥੋਂ ਆਇਆ ਆ, ਤੇਰਾ ਧੰਦਾ ਕੀ ਆ, ਤੇਰਾ ਕਿਹੜਾ ਦੇਸ਼ ਆ, ਅਤੇ ਤੂੰ ਕਿਹੜੇ ਲੋਕਾਂ ਨਾਲ ਸੰਬੰਧ ਰੱਖਦਾ ਆ। ਉੱਥੇ ਉਹਨਾਂ ਨੂੰ ਸ਼ਾਇਦ ਡਰ ਹੋਊਗਾ ਕਿ ਇਹ ਖਰੇ ਕਿੱਦਾਂ ਦੇ ਲੋਕਾਂ ਨਾਲ ਆਇਆ, ਜਿਹੜੀ ਪਾਪੀਆਂ ਦੇ ਵਿੱਚੋਂ ਆਇਆ, ਜਿਹੜੀ ਇੰਨੀ ਮੁਸੀਬਤ ਆ ਗਈ ਆ। ਉਹਨਾਂ ਦੇ ਮਨ 'ਚ ਬਹੁਤ ਸਾਰੇ ਖਿਆਲ ਆਉਣ ਲੱਗ ਗਏ। ਮੈਂ ਦੇਖਦੀ ਹਾਂ ਇੱਥੇ ਕਿ ਉਹਨਾਂ ਨੇ ਇੱਕਦਮ ਇੱਕ ਸਾਹ 'ਚ ਹੀ ਸਾਰਾ ਕੁਝ ਉਹਨੂੰ ਪੁੱਛ ਲਿਆ ਹੋਣਾ ਆ। ਹਾਲੇਲੂਇਆ। ਜੋਨਾ ਨੇ 9ਵੇਂ ਵਰਸ 'ਚ ਆਪਾਂ ਦੇਖਦੇ ਹਾਂ, ਜੋਨਾ ਨੇ ਉਹਨਾਂ ਲੋਕਾਂ ਨੂੰ ਉੱਤਰ ਦਿੱਤਾ, ਮੈਂ ਇੱਕ ਇਬਰਾਨੀ ਹਾਂ, ਮੈਂ ਸਵਰਗ ਦੇ ਮਾਲਕ ਪ੍ਰਭੂ ਪਰਮੇਸ਼ਰ ਤੋਂ ਡਰਨ ਵਾਲਾ ਹਾਂ। ਕਹਿੰਦਾ ਮੈਂ ਇੱਕ ਇਬਰਾਨੀ ਹਾਂ, ਮੈਂ ਸਵਰਗ ਦਾ ਮਾਲਕ। ਉਹਨੇ ਦੇਵਤਾ ਨੇ ਕਿਹਾ ਇੱਥੇ, ਕਹਿੰਦਾ ਜਿਹੜਾ ਸਵਰਗਾਂ ਦਾ ਮਾਲਕ ਆ, ਪ੍ਰਭੂ ਪਰਮੇਸ਼ਰ, ਮੈਂ ਉਹਦੇ ਤੋਂ ਡਰਨ ਵਾਲਾ ਆ। ਹਾਲੇਲੂਇਆ। ਅੱਜ ਕਿੰਨੇ ਜਾਣੇ ਉਸ ਪ੍ਰਭੂ ਪਰਮੇਸ਼ਰ ਨੂੰ ਜਾਣਦੇ ਆ। ਹਾਲੇਲੂਇਆ, ਹਾਲੇਲੂਇਆ। ਜਿਸ ਨੇ ਸਮੁੰਦਰ ਅਤੇ ਧਰਤੀ ਰਚੇ ਹਨ, ਕਹਿੰਦਾ ਮੈਂ ਉਹਨੂੰ ਜਾਣਦਾ ਆ ਜਿਹਨੇ ਆ ਸਮੁੰਦਰ ਤੇ ਧਰਤੀ ਰਚੇ ਆ। ਹਾਲੇਲੂਇਆ। ਜੋਨਾ ਨੇ ਅੱਗੇ ਉਹਨਾਂ ਨੂੰ ਦੱਸਿਆ ਕਿ ਉਹ ਪ੍ਰਭੂ ਦੇ ਸਾਹਮਣੇ ਉਹ ਭੱਜ ਰਿਹਾ ਸੀ। ਇਹ ਸੁਣ ਕੇ ਉਹ ਲੋਕ ਭੈਭੀਤ ਹੋ ਗਏ, ਡਰ ਗਏ। ਜੋਨਾ ਨੂੰ ਬੋਲੇ, ਤੂੰ ਇਹ ਸਭ ਕੀ ਕੀਤਾ? ਉਹਨੇ ਦੱਸਿਆ ਕਿ ਮੈਂ ਉਸ ਪਰਮੇਸ਼ਰ ਤੋਂ ਨੱਠ ਰਿਹਾ ਸੀ ਜਿਹਨੇ ਜ਼ਮੀਨ ਤੇ ਅਸਮਾਨ ਬਣਾਏ ਆ। ਤੇ ਸਾਰੇ ਲੋਕ ਵੀ ਹੈਰਾਨ ਹੋ ਗਏ ਕਿ ਜੇ ਤੂੰ ਉਸ ਪਰਮੇਸ਼ਰ ਨੂੰ ਜਾਣਦਾ ਤਾਂ ਤੈਨੂੰ ਇਹ ਕੀ ਹੋ ਗਿਆ, ਤੂੰ ਇਹ ਕੀ ਕੀਤਾ? 11ਵੇਂ ਵਰਸ 'ਚ ਪੜ੍ਹਦੇ ਹਾਂ, ਹਰ ਘੜੀ ਸਮੁੰਦਰ ਵਿੱਚ ਤੂਫਾਨ ਹੋਰ ਖਤਰਨਾਕ ਹੁੰਦਾ ਜਾ ਰਿਹਾ ਸੀ। ਇਸ ਲਈ ਜਹਾਜ਼
ਰਾਣਾ ਨੇ ਜੋਨਾ ਨੂੰ ਕਿਹਾ, ਤੂੰ ਹੀ ਦੱਸ ਅਸੀਂ ਤੇਰੇ ਨਾਲ ਕੀ ਕਰੀਏ ਕਿ ਸਮੁੰਦਰ ਸਾਡੇ ਲਈ ਸ਼ਾਂਤ ਹੋ ਜਾਵੇ। ਜੋਨਾ ਨੇ ਉਹਨਾਂ ਨੂੰ ਉੱਤਰ ਦਿੱਤਾ, ਮੈਨੂੰ ਚੁੱਕ ਕੇ ਸਮੁੰਦਰ ਵਿੱਚ ਸੁੱਟ ਦੇਵੋ ਅਤੇ ਇਹ ਤੁਹਾਡੇ ਲਈ ਸ਼ਾਂਤ ਹੋ ਜਾਵੇਗਾ। ਮੈਂ ਜਾਣਦਾ ਹਾਂ ਕਿ ਤੁਹਾਡੇ ਲਈ ਇਸ ਤੂਫਾਨ ਦਾ ਕਾਰਨ ਕੇਵਲ ਮੈਂ ਹੀ ਹਾਂ। ਉਹਨੂੰ ਪਤਾ ਸੀ ਕਿ ਇਸ ਤੂਫਾਨ ਦਾ ਕਾਰਨ ਜਿਹੜਾ ਆ ਮੈਂ ਹੀ ਹਾਂ। ਉਹਨੇ ਉਹਨਾਂ ਨੂੰ ਕਿਹਾ ਕਿ ਮੈਨੂੰ ਤੁਸੀਂ ਚੱਕੋ ਤੇ ਸਮੁੰਦਰ ਦੇ ਵਿੱਚ ਸਿੱਟ ਦੇਵੋ। ਆਪਾਂ ਅੱਗੇ ਦੇਖਦੇ ਹਾਂ 13ਵੇਂ ਵਰਸ ਤੋਂ। ਜਹਾਜ਼ ਰਾਣਾ ਨੇ ਆਪਣਾ ਪੂਰਾ ਯਤਨ ਲਾ ਕੇ ਜਹਾਜ਼ ਨੂੰ ਕੰਢੇ ਤੇ ਲਾਉਣ ਦੀ ਕੋਸ਼ਿਸ਼ ਕੀਤੀ। ਉਹਨਾਂ ਦਾ ਦਿਲ ਵੀ ਨਹੀਂ ਸੀ ਕਰਦਾ ਕਿ ਉਹ ਉਹਨੂੰ ਸਿੱਟ ਦੇਣ, ਕਿਉਂਕਿ ਉਹਨਾਂ ਨੂੰ ਵੀ ਪਤਾ ਸੀ ਸਮੁੰਦਰ ਦੇ ਵਿੱਚ ਮੌਤ ਤੋਂ ਇਲਾਵਾ ਕੁਝ ਨਹੀਂਗਾ, ਇਹਨੂੰ ਜਾਨਵਰਾਂ ਨੇ ਖਾ ਜਾਣਾ ਆ ਜਾਂ ਇਹਨੇ ਡੁੱਬ ਕੇ ਮਰ ਜਾਣਾ ਆ। ਉਹ ਵੀ ਨਹੀਂ ਸੀ ਸਿੱਟਣਾ ਚਾਹੁੰਦੇ। ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਕਿਸੇ ਤਰ੍ਹਾਂ ਜਹਾਜ਼ ਨੂੰ ਕੰਢੇ ਤੇ ਲਾਈਏ ਤੇ ਬਚਾਅ ਹੋ ਜਾਵੇ, ਇਹਨੂੰ ਉਤਾਰ ਦਈਏ, ਪਰ ਉਹ ਇਸ ਵਿੱਚ ਸਫਲ ਨਾ ਹੋ ਸਕੇ ਕਿਉਂਕਿ ਤੂਫਾਨ ਹੋਰ ਖਤਰਨਾਕ ਹੋ ਰਿਹਾ ਸੀ। ਇਸ ਲਈ ਉਹਨਾਂ ਨੇ ਪ੍ਰਭੂ ਨੂੰ ਪੁਕਾਰਿਆ ਤੇ ਕਿਹਾ, ਹੇ ਪ੍ਰਭੂ, ਸਾਡੀ ਪ੍ਰਾਰਥਨਾ ਹੈ ਕਿ ਕੇਵਲ ਇੱਕ ਆਦਮੀ ਦੀ ਖਾਤਰ ਹੀ ਸਾਡਾ ਸਾਰਿਆਂ ਦਾ ਨਾਸ਼ ਨਾ ਹੋਣ ਦੇ। ਸਾਨੂੰ ਇਸ ਨਿਰਦੋਸ਼ ਦੇ ਲਹੂ ਦੇ ਜ਼ਿੰਮੇਵਾਰ ਨਾ ਠਹਿਰਾ। ਹੇ ਪ੍ਰਭੂ, ਇਹ ਸਭ ਤੇਰੀ ਇੱਛਾ ਦੇ ਅਨੁਸਾਰ ਹੋ ਰਿਹਾ ਹੈ। ਫਿਰ ਉਹਨਾਂ ਨੇ ਜੋਨਾ ਨੂੰ ਚੁੱਕ ਕੇ ਸਮੁੰਦਰ ਵਿੱਚ ਸੁੱਟ ਦਿੱਤਾ ਅਤੇ ਸਮੁੰਦਰ ਇੱਕਦਮ ਸ਼ਾਂਤ ਹੋ ਗਿਆ। ਉਹਨਾਂ ਨੇ ਜਦੋਂ ਜੋਨਾ ਨੂੰ ਸਿੱਟਣ ਤੋਂ ਪਹਿਲਾਂ ਫਿਰ ਪ੍ਰਾਰਥਨਾ ਕੀਤੀ ਕਿ ਇਸ ਨਿਰਦੋਸ਼ ਦੇ ਜਿਹੜੇ ਖੂਨ ਦੇ ਸਾਡੇ ਤੇ ਨਾ ਲਾਈ, ਕਿ ਪ੍ਰਭੂ ਇਹ ਸਭ ਅਸੀਂ ਜਿੱਦਾਂ ਲਿਖਿਆ ਕਿ ਨਿਰਦੋਸ਼ ਦੇ ਲਹੂ ਦੇ ਜ਼ਿੰਮੇਵਾਰ ਨਾ ਠਹਿਰਾ। ਇਹ ਪ੍ਰਭੂ, ਇਹ ਸਭ ਤੇਰੀ ਇੱਛਾ ਦੇ ਅਨੁਸਾਰ ਹੋ ਰਿਹਾ ਆ, ਕਿਉਂਕਿ ਉਹਨਾਂ ਨੇ ਵੀ ਜਾਣ ਲਿਆ ਕਿ ਇਹ ਪਰਮੇਸ਼ਰ ਦੀ ਇੱਛਾ ਸੀ ਕਿ ਪਰਮੇਸ਼ਰ ਦੀ ਆਵਾਜ਼ ਸੁਣ ਕੇ ਚੱਲਦਾ, ਇਹ ਪੁੱਠੇ ਪਾਸੇ ਜਾ ਰਿਹਾ, ਇਸ ਕਰਕੇ ਇਹ ਹੋ ਰਿਹਾ ਆ। ਉਹਨਾਂ ਨੂੰ ਸਮਝ ਲੱਗ ਗਈ, ਪਰ ਸਾਡੇ ਜੋਨਾ ਜਿਹੜੇ ਪਰਮੇਸ਼ਰ ਨੂੰ ਜਾਣਦੇ ਸੀ ਉਹਨਾਂ ਨੂੰ ਸਮਝ ਨਹੀਂ ਲੱਗੀ। ਅੱਜ ਕਈ ਵਾਰ ਅਸੀਂ ਸੋਚਦੇ ਹਾਂ ਕਿ ਅਸੀਂ ਵਚਨ ਨੂੰ ਜਾਣਦੇ ਹਾਂ, ਸਾਨੂੰ ਪਤਾ ਆ ਵਚਨ ਦਾ, ਅਸੀਂ ਸੁਣਨਾ ਨਹੀਂ ਚਾਹੁੰਦੇ ਕਿ ਜੇ ਕੋਈ ਸਾਨੂੰ ਦੂਜਾ ਦੱਸਦਾ, ਡਿਸਿਪਲਿਨ ਕਰਦਾ ਆ ਕਿ ਤੁਸੀਂ ਇਦਾਂ ਨਹੀਂ ਇਦਾਂ ਕਰੋ, ਅਸੀਂ ਕਹਿੰਦੇ ਨਹੀਂ ਮੈਨੂੰ ਪਤਾ ਆ ਵਚਨ ਦਾ, ਮੈਨੂੰ ਪਤਾ ਵਚਨ ਦਾ। ਭੈਣੋ ਤੇ ਭਰਾਵੋ, ਇਹ ਗਿਆਨ ਹੀ ਸਭ ਕੁਝ ਨਹੀਂਗਾ। ਪਤਾ ਹੋਣਾ ਜ਼ਰੂਰੀ ਨਹੀਂਗਾ ਕਿ ਪਤਾ ਆ ਤਾਂ ਤੁਸੀਂ ਉਹੀ ਕਰ ਲਓਗੇ। ਜੇ ਪਤਾ ਹੋਵੇ ਤਾਂ ਅਸੀਂ ਗਲਤੀਆਂ ਨਾ ਕਰੀਏ। ਜੇ ਪਤਾ ਹੁੰਦਾ ਤਾਂ ਜੋਨਾ ਗਲਤੀ ਨਾ ਕਰਦਾ, ਉਹ ਵੀ ਉਸ ਪਰਮੇਸ਼ਰ ਨੂੰ ਜਾਣਦਾ ਸੀ। ਇਸ ਕਰਕੇ ਸਾਨੂੰ ਦੁਆਵਾਂ ਦੇ ਵਿੱਚ ਲਗਾਤਾਰ ਰਹਿਣ ਦੀ ਲੋੜ ਆ, ਸੰਗਤੀ ਦੇ ਵਿੱਚ ਲੱਗੇ ਰਹਿਣ ਦੀ ਲੋੜ ਆ। ਆਪਣੇ ਜਿਹੜੇ ਸਾਡੇ ਸਿੱਖਿਅਕ ਆ, ਸਾਡੇ ਪਾਸਟਰਸ ਆ, ਸਾਡੇ ਬਾਈਬਲ ਸਟੱਡੀ ਟੀਚਰਸ ਆ, ਉਹਨਾਂ ਤੋਂ ਸਿੱਖਿਆ ਲੈਣ ਦੀ ਲੋੜ ਆ, ਪਰਮੇਸ਼ਰ ਨੂੰ ਜਾਣਨ ਵਾਸਤੇ, ਗਹਿਰਾਈ ਦੇ ਵਿੱਚ ਜਾਣ ਵਾਸਤੇ। ਹਾਲੇਲੂਇਆ। ਹਮੇਸ਼ਾ ਸਿੱਖਦੇ ਰਹਿਣਾ ਚਾਹੀਦਾ ਆ। ਇਹ ਜ਼ਿੰਦਗੀ ਜਿਹੜੀ ਆ ਬਹੁਤ ਛੋਟੀ ਆ ਪਰਮੇਸ਼ਰ ਦੇ ਬਾਰੇ ਸਿੱਖਣ ਨੂੰ, ਕਿਉਂਕਿ ਪਰਮੇਸ਼ਰ ਬਹੁਤ ਗਹਿਰਾ ਆ, ਪਰਮੇਸ਼ਰ ਬਹੁਤ ਵੱਡਾ ਆ। ਇਹ ਸਾਰੀ ਜ਼ਿੰਦਗੀ ਵੀ ਥੋੜੀ ਪੈ ਜਾਊਗੀ ਜੇ ਅਸੀਂ ਉਹਦੇ ਬਾਰੇ ਸਿੱਖਣ ਲੱਗੀਏ। ਹਾਲੇਲੂਇਆ। ਜਦੋਂ ਜੋਨਾ ਨੂੰ ਉਹਨਾਂ ਨੇ ਸਮੁੰਦਰ 'ਚ ਸਿੱਟਿਆ ਤਾਂ ਜੋਨਾ ਜਿਹੜਾ ਆ ਸਿੱਟਦੇ ਸਾਰੀ ਉਹਨੂੰ ਤੇ ਸਮੁੰਦਰ ਸ਼ਾਂਤ ਹੋ ਜਾਂਦਾ ਆ। ਹੁਣ ਇੱਥੇ ਸਾਫ਼ ਪਤਾ ਲੱਗਦਾ ਕਿ ਉਹਦੀ ਅਣਆਗਿਆਕਾਰੀ ਕਰਕੇ ਤੂਫਾਨ ਆਇਆ ਸੀ। ਅੱਜ ਜੇ ਤੁਹਾਡੀ ਜ਼ਿੰਦਗੀ 'ਚ ਵੀ ਕੋਈ ਤੂਫਾਨ ਆ, ਕਿਸੇ ਦੀ ਵੀ ਜ਼ਿੰਦਗੀ ਦੇ ਵਿੱਚ ਕੋਈ ਤੂਫਾਨ ਆ, ਪਰਮੇਸ਼ਰ ਤੋਂ ਮਦਦ ਮੰਗੋ ਤੇ ਪੁੱਛੋ, ਪਰਮੇਸ਼ਰ ਕਿੱਥੇ ਗਲਤੀ ਆ, ਅਸੀਂ ਕੀ ਕਰੀਏ। ਪਰਮੇਸ਼ਰ ਬਚਾਉਣ ਦੀ ਤਾਕਤ ਰੱਖਦਾ ਆ। ਹਾਲੇਲੂਇਆ। ਹੁਣ ਆਪਾਂ 17ਵੇਂ ਵਰਸ ਤੋਂ ਪੜਾਂਗੇ। ਪ੍ਰਭੂ ਨੇ ਇੱਕ ਵੱਡੀ ਮੱਛੀ ਨੂੰ ਆਗਿਆ ਦਿੱਤੀ ਕਿ ਉਹ ਜੋਨਾ ਨੂੰ ਨਿਗਲ ਜਾਵੇ। ਇਸ ਤਰ੍ਹਾਂ ਜੋਨਾ ਮੱਛੀ ਦੇ ਢਿੱਡ ਵਿੱਚ 3 ਦਿਨ 3 ਰਾਤ ਅਤੇ 3 ਰਾਤਾਂ ਰਿਹਾ। ਫਿਰ ਪਰਮੇਸ਼ਰ ਨੇ ਕੀ ਕੀਤਾ? ਪਰਮੇਸ਼ਰ ਨੇ ਉਸੇ ਵੇਲੇ ਜਦੋਂ ਜੋਨਾ ਨੂੰ ਉਹਨਾਂ ਨੇ ਪਾਣੀ ਦੇ ਵਿੱਚ ਸਿੱਟਿਆ, ਜਿਨ੍ਹਾਂ ਨੂੰ ਪਰਮੇਸ਼ਰ ਚੁਣਦਾ ਆ, ਆਪਾਂ ਇੱਥੇ ਦੇਖਦੇ ਕਿ ਉਹਨਾਂ ਨੂੰ ਪਰਮੇਸ਼ਰ ਮਾਰਨ ਨਹੀਂ ਦਿੰਦਾ, ਉਹਨਾਂ ਨੂੰ ਪਰਮੇਸ਼ਰ ਗਵਾਚਣ ਨਹੀਂ ਦਿੰਦਾ, ਉਹਨਾਂ ਨੂੰ ਪਰਮੇਸ਼ਰ ਲੁਕਣ ਨਹੀਂ ਦਿੰਦਾ। ਪਰਮੇਸ਼ਰ ਨੇ ਇੱਥੇ ਕੀ ਕੀਤਾ? ਪਰਮੇਸ਼ਰ ਨੇ ਇੱਕ ਵੱਡੀ ਮੱਛੀ ਨੂੰ ਆਗਿਆ ਦਿੱਤੀ। ਹੁਣ ਆਪਾਂ ਦੇਖਦੇ ਹਾਂ ਜਿੱਦਾਂ ਵਚਨ ਦੇ ਵਿੱਚ ਜਦੋਂ ਪ੍ਰਭੂ ਯਿਸੂ ਮਸੀਹ ਨੇ ਕਿਹਾ ਸੀ, ਉਹਨਾਂ ਨੇ ਐਂਡ ਦਾ ਸਫ਼ਰ ਖਾਣਾ ਸੀ ਤੇ ਉਹਨਾਂ ਨੇ ਕਿਹਾ ਸੀ ਆਪਣੇ ਚੇਲਿਆਂ ਨੂੰ, ਜਾਓ ਉੱਥੇ ਕੋਈ ਪਾਣੀ ਭਰਦਾ ਹੋਇਆ ਤੁਹਾਨੂੰ ਦਿਸੂਗਾ, ਉਹਨੂੰ ਜਾ ਕੇ ਪੁੱਛਣਾ ਕਿ ਅੱਜ ਕਿਹਦੇ ਘਰ ਪ੍ਰਭੂ ਨੇ ਠਹਿਰਨਾ ਆ, ਤੁਸੀਂ ਉਸ ਘਰ 'ਚ ਜਾਣਾ ਜਿੱਥੇ ਉੱਥੇ ਗਧਾ ਬੰਨਿਆ ਹੋਵੇ। ਤੇ ਪਰਮੇਸ਼ਰ ਨੇ ਉਹ ਗਧਾ ਤਿਆਰ ਕੀਤਾ, ਉਹ ਘੜੇ ਵਾਲਾ ਆਦਮੀ ਤਿਆਰ ਕੀਤਾ। ਇਸੇ ਤਰ੍ਹਾਂ ਇੱਥੇ ਆਪਾਂ ਦੇਖਦੇ ਕਿ ਪਰਮੇਸ਼ਰ ਨੇ ਇੱਕ ਮੱਛੀ ਤਿਆਰ ਕੀਤੀ। ਪਰਮੇਸ਼ਰ ਪ੍ਰੋਵਾਈਡਰ ਆ, ਉਹ ਤਿਆਰ ਕਰਦਾ ਸਾਡੇ ਵਾਸਤੇ, ਮੁਹੱਈਆ ਕਰਦਾ ਆ। ਘਬਰਾਓ ਨਾ ਕਿ ਅਸੀਂ ਕਿੱਦਾਂ ਜਾਵਾਂਗੇ, ਅਸੀਂ ਕਿੱਦਾਂ ਕਰਾਂਗੇ, ਕਿਉਂਕਿ ਉਹ ਸਭ ਕੁਝ ਕਰਨ ਯੋਗ ਪਰਮੇਸ਼ਰ ਆ। ਉਹ ਸਭ ਕੁਝ ਮੁਹੱਈਆ ਕਰਦਾ ਆ। ਉਹ ਸਾਡੀ ਸਿਰਫ ਅਵੇਲੇਬਿਲਟੀ ਚਾਹੁੰਦਾ ਆ, ਉਹ ਸਾਡੀ ਹਾਂ ਚਾਹੁੰਦਾ ਆ। ਬਾਕੀ ਕੰਮ ਤਾਂ ਉਹਨੇ ਕਰਨਾ ਆ, ਸਾਨੂੰ ਕੁਝ ਕਰਨੇ ਦੀ ਲੋੜ ਨਹੀਂ।
ਸਿਰਫ ਹਾਂ ਕਰਨੇ ਦੀ ਲੋੜ ਆ। ਹਾਲੇਲੂਇਆ। ਪਰਮੇਸ਼ਰ ਦਾ ਧੰਨਵਾਦ ਕਰਦੇ। ਪਰਮੇਸ਼ਰ ਨੇ ਕੀ ਕੀਤਾ? ਮੱਛੀ ਨੂੰ ਤਿਆਰ ਕੀਤਾ, ਤੇ ਮੱਛੀ ਨੇ ਆ ਕੇ ਕੀ ਕੀਤਾ? ਨਹੀਂ ਤਾਂ ਜੋਨਾ ਮੱਛੀ ਦੇ ਪਾਣੀ ਦੇ ਵਿੱਚ ਡੁੱਬ ਕੇ ਮਰ ਸਕਦਾ ਸੀ, ਉਹਨੂੰ ਕੀੜੇ ਮਕੌੜੇ ਖਾ ਸਕਦੇ ਸੀ ਪਾਣੀ ਦੇ ਵਿੱਚ, ਇੰਨੇ ਜੀਵ ਜੰਤੂ। ਪਰ ਪਰਮੇਸ਼ਰ ਨੇ, ਆਪਾਂ ਮੱਛੀਆਂ ਛੋਟੀਆਂ ਛੋਟੀਆਂ ਦੇਖੀਆਂ ਆ, ਕਿੰਨੀ ਵੱਡੀ ਮੱਛੀ ਹੋਊਗੀ ਜਿਹਨੇ ਇੱਕ ਮਨੁੱਖ ਨੂੰ ਨਿਗਲ ਲਿਆ, ਸਾਬ ਤੇ ਹੀ ਨਿਗਲ ਲਿਆ। ਉਹ ਮੱਛੀ ਆਈ ਤੇ ਉਹਨੇ ਮੂੰਹ ਖੋਲਿਆ ਤੇ ਜੋਨਾ ਨੂੰ ਆਪਣੇ ਢਿੱਡ ਦੇ ਵਿੱਚ ਇਦਾਂ ਹੀ ਲੈ ਲਿਆ। ਹੁਣ ਜਦੋਂ ਆਪਾਂ ਮੱਛੀ ਦੇ ਬਾਰੇ ਦੇਖਦੇ ਹਾਂ ਕਿ ਮੱਛੀ ਦੇ ਅੰਦਰ ਜਿਹੜਾ ਉਹਦੇ ਢਿੱਡ ਦੇ ਵਿੱਚ ਟੈਂਪਰੇਚਰ ਜਿਹੜਾ ਬਹੁਤ ਹਾਈ ਹੁੰਦਾ ਆ। ਮੈਂ ਦੇਖਿਆ ਕਿ 98.600 ਸਮਥਿੰਗ ਹੁੰਦਾ, 98.6 ਕੁਛ ਹੁੰਦਾ ਆ, ਹਨਾ। ਇੰਨੇ ਟੈਂਪਰੇਚਰ ਦੇ ਵਿੱਚ ਇੱਕ ਮੱਛੀ ਉਦਾਂ ਸਮੈਲੀ ਫਿਸ਼ ਹੁੰਦੀਆਂ, ਰਾਈਟ, ਉਹਨਾਂ ਚੋਂ ਸਮੈਲ ਆਉਂਦੀ ਹੁੰਦੀ ਆ, ਸਟਿੰਕ ਕਰਦੀਆਂ ਹੁੰਦੀਆਂ ਆ। ਚਾਹੇ ਇਹ ਖਾਣ ਲਈ ਬਹੁਤ ਚੰਗੀ ਚੀਜ਼ ਆ, ਪਰ ਫਿਰ ਵੀ ਇਹਦੇ ਵਿੱਚੋਂ ਸਮੈਲ ਆਉਂਦੀ, ਕਿਉਂਕਿ ਇਹਦੇ ਅੰਦਰਲਾ ਜਿਹੜਾ ਟੈਂਪਰੇਚਰ ਆ ਬਹੁਤ ਜ਼ਿਆਦਾ ਹੁੰਦਾ ਆ। ਫਿਰ ਮੈਂ ਵਿਸ਼ਵਾਸ ਕਰਦੀ ਕਿ ਉਹਦੇ ਟੈਂਪਰੇਚਰ ਜ਼ਿਆਦਾ ਹੋਣ ਦੇ ਕਾਰਨ ਉਹਦੇ ਅੰਦਰ ਐਸਿਡ, ਜਿੱਦਾਂ ਕਹਿੰਦੇ ਕਿ ਫਿਸ਼ ਦੇ ਸਟਮਕ ਦੇ ਵਿੱਚ ਐਸਿਡ ਹੁੰਦਾ ਆ, ਤੇਜ਼ਾਬ ਵੀ ਸੀ ਤੇ ਗਰਮੀ ਵੀ ਸੀ। ਫਿਰ ਉਹਦਾ ਮੁਸ਼ਕ ਕਿੰਨਾ ਹੋਊਗਾ, ਉਹਦੀ ਬਦਬੂ ਕਿੰਨੀ ਬੈਡ ਹੋਊਗੀ, ਜਿਹਦੇ ਅੰਦਰ ਆਪਾਂ ਘੜੀ ਕਿਸੇ ਮੱਛੀ ਬਾਜ਼ਾਰ ਦੇ ਵਿੱਚ ਦੀ ਲੰਘ ਜਾਈਏ ਤੇ ਆਪਾਂ ਕਹਿੰਦੇ ਕਿ ਸਾਡਾ ਨੱਕ ਬੰਦ ਹੋ ਗਿਆ, ਸਾਡਾ ਸਾਹ ਬੰਦ ਹੋ ਗਿਆ। ਤੇ ਜੋਨਾ ਨੇ ਉਸ ਮੱਛੀ ਦੇ ਢਿੱਡ ਦੇ ਵਿੱਚ ਕਿੱਦਾਂ ਸਾਹ ਲਿਆ ਹੋਊਗਾ। ਇੱਥੇ ਸੋਚਣ ਦੀ ਲੋੜ ਆ ਕਿ ਪਰਮੇਸ਼ਰ ਜਿਹੜਾ ਆ, ਸਾਨੂੰ ਜਿੱਦਾਂ ਦੇ ਮਰਜ਼ੀ ਹਾਲਾਤਾਂ ਦੇ ਵਿੱਚ, ਜੇ ਉਹਨੇ ਸਾਨੂੰ ਚੁਣਿਆ ਆ ਤੇ ਉਹਨੇ ਸਾਨੂੰ ਕੱਢ ਕੇ ਲੈ ਹੀ ਆਉਣਾ ਆ, ਉਹਨੇ ਸਾਨੂੰ ਬਚਾ ਹੀ ਲੈਣਾ ਆ। ਭੈਣੋ ਤੇ ਭਰਾਵੋ, ਅੱਜ ਇੱਥੇ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਆ ਕਿ ਜਿਸ ਤਰ੍ਹਾਂ ਬਾਹਰ ਇਦਾਂ ਦੀ ਭਿਅੰਕਰ ਬਿਮਾਰੀ ਜਿਹਨੂੰ ਕੋਵਿਡ ਦਾ ਨਾਂ ਦਿੱਤਾ ਗਿਆ ਆ, ਉਹ ਬਿਮਾਰੀ ਚਾਰੇ ਪਾਸੇ, ਹਰ ਕੰਟਰੀ 'ਚ, ਦੁਨੀਆ ਦਾ ਕੋਈ ਵੀ ਦੇਸ਼ ਨਹੀਂ ਬਚਿਆ, ਹਰ ਇੱਕ ਜਗ੍ਹਾ ਤੇ ਇਹ ਬਿਮਾਰੀ ਆ। ਪਰਮੇਸ਼ਰ ਬਿਮਾਰੀਆਂ ਨਹੀਂ ਘੱਲਦਾ। ਜੇ ਆਪਾਂ ਸੋਚੀਏ ਕਿ ਪਰਮੇਸ਼ਰ ਨੇ ਭੇਜੀ, ਕਈ ਲੋਕ ਕਹਿੰਦੇ ਰੱਬ ਕੀ ਕਰਦਾ, ਇਹ ਰੱਬ ਨੇ ਕੀ ਕੀਤਾ, ਇਹ ਕਿੱਦਾਂ ਹੋਊਗਾ, ਇਹਦਾ ਖਾਤਮਾ ਕਿੱਦਾਂ ਹੋਊਗਾ। ਅੱਜ ਆਪਾਂ ਦੇਖਦੇ ਹਾਂ, ਜੋਨਾ ਦੀ ਸਟੋਰੀ ਚੋਂ ਸਿੱਖਦੇ ਹਾਂ ਕਿ ਇਹ ਬਿਮਾਰੀਆਂ ਵੀ ਜਿਹੜੀਆਂ ਮਨੁੱਖ ਦੀ ਪੈਦਾਵਾਰ ਆ, ਇਹ ਮਨੁੱਖ ਦੀ ਪੈਦਾਵਾਰ ਆ, ਇਹ ਬੰਦੇ ਦੀਆਂ ਗਲਤੀਆਂ ਕਰਕੇ ਇਹ ਕੁਝ ਹੋਣ ਡਿਆ ਆ ਅੱਜ ਦੇ ਦਿਨ। ਇੰਨਾ ਪਾਪ ਵੱਧ ਗਿਆ ਦੁਨੀਆ ਤੇ, ਇੰਨਾ ਪਾਪ ਵੱਧ ਗਿਆ ਕਿ ਕੋਈ ਕਿਸੇ ਨੂੰ ਦੇਖ ਕੇ ਰਾਜੀ ਨਹੀਂ, ਕੋਈ ਕਿਸੇ ਨੂੰ ਬਚਾ ਕੇ ਰਾਜੀ ਨਹੀਂ, ਕੋਈ ਕਿਸੇ ਨੂੰ ਪਿਆਰ ਨਹੀਂ ਕਰਦਾ, ਜਦ ਕਿ ਪਰਮੇਸ਼ਰ ਪਿਆਰ ਆ। ਜਿਹਦੇ ਅੰਦਰ ਪਰਮੇਸ਼ਰ ਆ, ਪ੍ਰਭੂ ਯਿਸੂ ਮਸੀਹ ਆ, ਉਹ ਜ਼ਰੂਰ ਦੂਜਿਆਂ ਨੂੰ ਪਿਆਰ ਕਰੂਗਾ, ਉਹ ਜ਼ਰੂਰ ਦੂਜਿਆਂ ਤੇ ਦਇਆ ਕਰੂਗਾ। ਜਿਸ ਤਰ੍ਹਾਂ ਪਰਮੇਸ਼ਰ ਦਾ ਵਚਨ ਕਹਿੰਦਾ, ਦਇਆ ਕਰ ਤੇ ਦਇਆ ਕੀਤੀ ਜਾਵੇਗੀ। ਪਰਮੇਸ਼ਰ ਕਹਿੰਦਾ ਮੈਂ ਪਿਆਰ ਆ। ਪਰਮੇਸ਼ਰ ਦਾ ਪਿਆਰ ਇਦਾਂ ਦਾ ਆ ਕਿ ਉਹ ਸਾਨੂੰ ਸਭ ਨੂੰ ਬਚਾਉਣਾ ਚਾਹੁੰਦਾ ਆ। ਵਚਨ 'ਚ ਲਿਖਿਆ, ਪਰਮੇਸ਼ਰ ਨੇ ਜਗਤ ਦੇ ਨਾਲ ਅਜਿਹਾ ਪਿਆਰ ਕੀਤਾ ਕਿ ਆਪਣਾ ਇਕਲੌਤਾ ਪੁੱਤਰ ਪ੍ਰਭੂ ਯਿਸੂ ਮਸੀਹ ਕੁਰਬਾਨ ਕਰ ਦਿੱਤਾ, ਕਿ ਜਿਹੜਾ ਉਸ ਤੇ ਵਿਸ਼ਵਾਸ ਕਰੇ ਨਾਸ਼ ਨਾ ਹੋਵੇ, ਸਗੋਂ ਹਮੇਸ਼ਾ ਦਾ ਜੀਵਨ ਪ੍ਰਾਪਤ ਕਰੇ। ਜੌਨ 3:16 ਵਰਸ ਆ, ਇਹ 3:16 ਦੇ ਵਿੱਚ ਲਿਖਿਆ ਆ। ਇਹ ਬਾਈਬਲ ਦਾ ਮੇਨ ਵਰਸ ਆ ਕਿ ਪਰਮੇਸ਼ਰ ਦਾ ਪਲਾਨ ਕੀ ਸੀ ਦੁਨੀਆ ਨੂੰ ਬਚਾਉਣ ਲਈ। ਪ੍ਰਭੂ ਨੇ ਕਿਸੇ ਇੱਕ ਨੂੰ ਨਹੀਂ ਕਿਹਾ ਜਾ ਕੇ ਬਚਾ, ਇੱਕ ਸ਼ਹਿਰ ਨੂੰ ਨਹੀਂ ਕਿਹਾ ਜਾ ਕੇ ਬਚਾ, ਉਹਨੇ ਕਿ ਸੰਸਾਰ ਦੇ ਨਾਲ ਇੰਨਾ ਪਿਆਰ ਕੀਤਾ। ਪਰਮੇਸ਼ਰ ਨੇ ਸਾਰੀ ਦੁਨੀਆ ਦੇ ਨਾਲ ਪਿਆਰ ਕੀਤਾ। ਕੀ ਉਹ ਇਸ ਦੁਨੀਆ ਨੂੰ ਬਚਾਉਣਾ ਨਹੀਂ ਚਾਹੁੰਦਾ? ਚਾਹੁੰਦਾ ਆ। ਅੱਜ ਕੀ ਜ਼ਰੂਰਤ ਆ? ਤੁਹਾਨੂੰ ਤੇ ਮੈਨੂੰ ਪਰਮੇਸ਼ਰ ਦਾ ਸੁਨੇਹਾ ਲੈ ਕੇ ਜਾਣ ਦੀ, ਕਿ ਅਸੀਂ ਆਪਣੇ ਪਾਪਾਂ ਤੋਂ ਮੁੜੀਏ, ਪਰਮੇਸ਼ਰ ਦੀ ਆਵਾਜ਼ ਨੂੰ ਸੁਣੀਏ, ਤਾਂ ਜੋ ਲੋਕ ਵੀ ਬਚਾਏ ਜਾਣ ਤੇ ਸਾਡਾ ਜੀਵਨ ਵੀ ਪਰਮੇਸ਼ਰ ਦੀ ਇੱਛਾ ਮੁਤਾਬਕ ਅਸੀਂ ਜੀ ਸਕੀਏ। ਹਾਲੇਲੂਇਆ। ਪਰਮੇਸ਼ਰ ਦਾ ਧੰਨਵਾਦ ਕਰਦੇ। ਫਿਰ ਜਦੋਂ ਉਹ ਮੱਛੀ ਦੇ ਢਿੱਡ ਦੇ ਵਿੱਚ ਗਿਆ, ਆਪਾਂ ਇੱਥੇ ਸੀ, ਤੇ ਮੱਛੀ ਦੇ ਢਿੱਡ ਦੇ ਵਿੱਚ ਉਹਦੀ ਹਾਲਤ ਕੀ ਹੋਊਗੀ ਆਪਾਂ ਮਹਿਸੂਸ ਕਰ ਸਕਦੇ। ਇੰਨੀ ਗਰਮੀ ਦੇ ਵਿੱਚ, ਇੰਨੀ ਬਦਬੂ ਦੇ ਵਿੱਚ 3 ਦਿਨ ਤੇ 3 ਰਾਤਾਂ ਰਹਿਣਾ ਕੋਈ ਈਜ਼ੀ ਨਹੀਂ ਸੀ। ਇਸੇ ਤਰ੍ਹਾਂ ਆਪਾਂ ਜੋਨਾ ਦੀ ਜਿਹੜੀ ਸਟੋਰੀ ਆ, ਇਹ ਬਿਲਕੁਲ ਪ੍ਰਭੂ ਯਿਸੂ ਮਸੀਹ ਦੀ ਕਬਰ ਦੇ ਵਿੱਚ 3 ਦਿਨ ਰਹਿਣ ਦੇ ਬਾਅਦ ਮੁਰਦਿਆਂ ਚੋਂ ਜੀ ਉੱਠਣ ਦੀ 3 ਦਿਨਾਂ ਦੀ ਸਟੋਰੀ, ਇਹ ਸੇਮ ਜੋਨਾ ਦੀ ਸਟੋਰੀ ਪਰਮੇਸ਼ਰ ਦੀ ਉਸ ਗਵਾਹੀ ਦੇ ਨਾਲ ਮਿਲਦੀ ਆ, ਰੈਜ਼ੋਰੈਕਸ਼ਨ ਦੇ ਨਾਲ ਮਿਲਦੀ ਆ, ਕਿ ਪ੍ਰਭੂ ਯਿਸੂ ਮਸੀਹ ਵੀ ਕਿੱਦਾਂ 3 ਦਿਨ ਕਬਰ ਦੇ ਵਿੱਚ ਰਹੇ ਤੇ 3 ਦਿਨਾਂ ਬਾਅਦ ਮੁਰਦਿਆਂ ਚੋਂ ਜੀ ਉੱਠੇ, ਤੇ ਜੋ ਅੱਜ ਵੀ ਜਿਉਂਦਾ ਆ। ਹਾਲੇਲੂਇਆ। ਇਸੇ ਤਰ੍ਹਾਂ ਜੋਨਾ ਤੋਂ ਵੱਧ ਕੇ ਕੋਈ ਵੀ ਵੱਡੀ ਗਵਾਹੀ ਨਹੀਂ
ਕਿ ਪਰਮੇਸ਼ਰ ਪ੍ਰਭੂ ਯਿਸੂ ਕਬਰ ਦੇ ਵਿੱਚੋਂ ਜੀ ਉੱਠੇ। ਹਾਲੇਲੂਇਆ। ਇਦਾਂ ਦੀ ਜੇ ਖੁੱਲੀ ਹਵਾ ਦੇ ਵਿੱਚ ਸਾਡੇ ਸਾਹ ਬੰਦ ਹੁੰਦੇ ਆ ਤੇ ਉਸ ਮੱਛੀ ਦੇ ਢਿੱਡ ਦੇ ਵਿੱਚ ਆਪਾਂ ਦੇਖਦੇ ਆ ਇੰਨਾ ਟੈਂਪਰੇਚਰ ਹੁੰਦਾ ਆ ਤੇ ਉਹਦੇ ਵਿੱਚ ਜਿਹੜੀ ਇਦਾਂ ਦੀ ਬਦਬੂ ਦੇ ਵਿੱਚ ਰਹਿਣਾ ਕਿੰਨਾ ਮੁਸ਼ਕਲ ਹੋਊਗਾ, ਜਿਹਦੇ ਵਿੱਚ ਜੋਨਾ ਰਿਹਾ 3 ਦਿਨ ਤੇ 3 ਰਾਤਾਂ। ਇੱਕ ਪਲ ਕਿੱਥੇ ਗੁਜ਼ਾਰਨਾ ਮੁਸ਼ਕਲ ਆ ਮੱਛੀ ਦੀ ਉਸ ਬਦਬੂ ਦੇ ਵਿੱਚ, ਤੇ ਕਿੱਥੇ ਉਹਦੇ ਅੰਦਰ ਕਿੱਦਾਂ ਉਹ ਜਿੰਦਾ ਰਿਹਾ ਹੋਊਗਾ। ਇੱਥੇ ਹੁਣ ਆਪਾਂ ਦੇਖਦੇ ਆ ਕਿ ਪਰਮੇਸ਼ਰ ਹੀ ਹੋ ਸਕਦਾ ਜਿਹਨੇ ਉਹਨੂੰ ਸੰਭਾਲਿਆ ਹੋਵੇ। ਹੁਣ ਆਪਾਂ ਦੇਖਦੇ ਕਿ ਜੋਨਾ ਕਿੱਦਾਂ ਪ੍ਰਾਰਥਨਾ ਕਰਦਾ ਆ। ਇਹ ਨਹੀਂ ਸੋਚਣਾ ਕਿ ਅਸੀਂ ਪ੍ਰਾਰਥਨਾ ਨਹੀਂ ਕਰ ਸਕਦੇ, ਪਰ ਜੋਨਾ ਨੇ ਫਿਰ ਵੀ ਮੱਛੀ ਦੇ ਢਿੱਡ ਦੇ ਵਿੱਚ ਦੁੱਖ ਦੇ ਵਿੱਚ, ਜਿੱਥੇ ਪਤਾ ਨਹੀਂ ਉਹਨੂੰ ਸਾਹ ਕਿੱਦਾਂ ਆਉਂਦਾ ਹੋਣਾ ਆ, ਉਹਨੇ ਕਿਹਨੂੰ ਯਾਦ ਕੀਤਾ? ਉਸ ਪਰਮੇਸ਼ਰ ਨੂੰ ਯਾਦ ਕੀਤਾ। ਹਾਲੇਲੂਇਆ। ਜਿਹੜਾ ਸੁਣਦਾ ਆ, ਹਾਲੇਲੂਇਆ। ਤਦ ਜੋਨਾ ਨੇ ਮੱਛੀ ਦੇ ਢਿੱਡ ਅੰਦਰ ਹੀ ਆਪਣੇ ਪ੍ਰਭੂ ਪਰਮੇਸ਼ਰ ਦੇ ਅੱਗੇ ਇਸ ਤਰ੍ਹਾਂ ਪ੍ਰਾਰਥਨਾ ਕੀਤੀ, ਮੈਂ ਆਪਣੇ ਦੁੱਖ ਦੇ ਸਮੇਂ ਪ੍ਰਭੂ ਨੂੰ ਪੁਕਾਰਿਆ ਤਾਂ ਉਸਨੇ ਮੈਨੂੰ ਉੱਤਰ ਦਿੱਤਾ। ਮੈਂ ਹੇਠ ਪਤਾਲ ਦੀਆਂ ਡੂੰਘਾਈਆਂ ਵਿੱਚੋਂ ਤੈਨੂੰ ਪੁਕਾਰਿਆ ਤਾਂ ਤੂੰ ਮੇਰੀ ਸੁਣੀ। ਤੂੰ ਮੈਨੂੰ ਡੂੰਘਾਈ ਅਰਥਾਤ ਸਮੁੰਦਰ ਦੀ ਹੇਠਲੀ ਤਹਿ ਵਿੱਚ ਸੁੱਟ ਦਿੱਤਾ, ਜਿੱਥੇ ਪਾਣੀਆਂ ਨੇ ਮੈਨੂੰ ਘੇਰ ਲਿਆ। ਤਾਂ ਤੇਰੀਆਂ ਸਭ ਜ਼ੋਰਦਾਰ ਲਹਿਰਾਂ ਅਤੇ ਛਲਾਂ ਮੇਰੇ ਉੱਤੋਂ ਦੀ ਲੰਘ ਗਈਆਂ। ਤਦ ਮੈਂ ਪੁਕਾਰ ਉੱਠਿਆ, ਮੈਂ ਤੇਰੇ ਸਾਹਮਣੇ ਦੂਰ ਕੀਤਾ ਗਿਆ ਹਾਂ, ਪਰ ਮੈਂ ਤੇਰੇ ਪਵਿੱਤਰ ਮੰਦਰ ਦੇ ਦਰਸ਼ਨ ਫੇਰ ਵੀ ਕਰਾਂਗਾ। ਵਿਸ਼ਵਾਸ ਜਾਗਿਆ ਇੱਥੇ। ਹਾਲੇਲੂਇਆ। ਪਾਣੀਆਂ ਨੇ ਮੈਨੂੰ ਹਰ ਪਾਸਿਓਂ ਘੇਰ ਲਿਆ ਹੈ, ਮੇਰੇ ਹਰ ਪਾਸੇ ਡੂੰਘਾਈ ਹੀ ਡੂੰਘਾਈ ਆ ਗਈ ਹੈ। ਸਮੁੰਦਰੀ ਜਲ ਮੇਰੇ ਸਿਰ ਤੱਕ ਚੜ੍ਹ ਆਇਆ ਹੈ। ਮੈਂ ਪਹਾੜਾਂ ਦੀਆਂ ਜੜ੍ਹਾਂ ਤੱਕ ਪਹੁੰਚ ਗਿਆ ਹਾਂ। ਮੈਂ ਉਸ ਧਰਤੀ ਦੀ ਤਹਿ ਤੱਕ ਚਲਾ ਗਿਆ ਹਾਂ, ਜਿਸ ਦੇ ਵਾਪਸੀ ਦੇ ਰਾਹ ਸਦਾ ਬੰਦ ਹਨ। ਪਰ ਹੇ ਪ੍ਰਭੂ ਮੇਰੇ ਪਰਮੇਸ਼ਰ, ਤੂੰ ਮੈਨੂੰ ਜਿਉਂਦੇ ਹੀ ਘੋਰ ਨਰਕ ਵਿੱਚੋਂ ਵੀ ਬਾਹਰ ਕੱਢਿਆ। ਹਾਂ, ਜਦੋਂ ਮੇਰੀ ਜਾਨ ਤੇ ਖਤਰਾ ਆਇਆ, ਹੇ ਪ੍ਰਭੂ ਮੈਂ ਤੈਨੂੰ ਯਾਦ ਕੀਤਾ, ਤਦ ਮੇਰੀ ਪ੍ਰਾਰਥਨਾ ਤੇਰੇ ਪਵਿੱਤਰ ਮੰਦਰ ਵਿੱਚ ਪਹੁੰਚੀ। ਪਰ ਜੋ ਨਿਗੁਣੇ ਦੇਵੀ ਦੇਵਤਿਆਂ ਨੂੰ ਪੂਜਦੇ ਹਨ, ਉਹ ਤੇਰੇ ਉਤਲੇ ਆਪਣੇ ਸੱਚੇ ਵਿਸ਼ਵਾਸ ਨੂੰ ਤਿਆਗ ਚੁੱਕੇ ਹਨ। ਪਰ ਮੈਂ ਧੰਨਵਾਦੀ ਰਾਗਾਂ ਨਾਲ ਤੇਰੇ ਸਾਹਮਣੇ ਬਲੀ ਚੜਾਵਾਂਗਾ। ਜੋ ਮੈਂ ਪ੍ਰਤਿਗਿਆਵਾਂ ਕੀਤੀਆਂ ਹਨ, ਉਹ ਪੂਰੀਆਂ ਕਰਾਂਗਾ। ਮੁਕਤੀ ਦਾ ਸੋਮਾ ਕੇਵਲ ਪ੍ਰਭੂ ਹੀ ਹੈ। ਹੁਣ ਇੱਥੇ ਜੋਨਾ ਨੇ ਜਦੋਂ ਮੱਛੀ ਦੇ ਢਿੱਡ ਦੇ ਵਿੱਚ ਜਾ ਕੇ ਪ੍ਰਾਰਥਨਾ ਕੀਤੀ, ਹੁਣ ਇੱਥੇ ਆਪਾਂ ਦੇਖਦੇ ਕਿ ਹਾਲਾਤ ਬਹੁਤ ਖਰਾਬ ਸੀ, ਸਾਹ ਵੀ ਆਉਣਾ ਮੁਸ਼ਕਲ ਸੀ। ਉਹਨੇ ਦੁਹਾਈ ਦਿੱਤੀ। ਮੈਂ ਇੱਥੇ ਸੋਚਦੀ ਸੀ ਕਿ ਕੀ ਜੋਨਾ ਉੱਥੇ ਬੋਲ ਸਕਦਾ ਸੀ? ਸ਼ਾਇਦ ਨਹੀਂ ਬੋਲ ਸਕਦਾ ਸੀ, ਕਿਉਂਕਿ ਮਤਲਬ ਬਹੁਤ ਮੁਸ਼ਕਲ ਹਾਲਤ ਦੇ ਵਿੱਚ ਸੀ। ਮੌਤ ਦੇ ਵਿੱਚ, ਘੋਰ ਨਰਕ ਦੇ ਵਿੱਚ ਉਹ ਚਲਾ ਗਿਆ ਸੀ। ਸ਼ਾਇਦ ਉਹਨੇ ਆਪਣੀਆਂ ਸੋਚਾਂ ਦੇ ਵਿੱਚ ਪਰਮੇਸ਼ਰ ਨੂੰ ਯਾਦ ਕੀਤਾ ਹੋਵੇ, ਦੁਆ ਕੀਤੀ ਹੋਵੇ, ਕਿਉਂਕਿ ਉਹ ਸਾਡੀਆਂ ਸੋਚਾਂ ਨੂੰ ਵੀ ਜਾਣਦਾ ਆ। ਉਹ ਸਾਡੇ ਸਾਹ ਨੂੰ ਜਾਣਦਾ ਆ। ਉਹ ਸਾਡੀ ਰਗ ਰਗ ਨੂੰ ਜਾਣਦਾ ਆ। ਤੇ ਪਰਮੇਸ਼ਰ ਨੇ ਉਹਦੀ ਦੁਆ ਨੂੰ ਸੁਣਿਆ। ਜਦੋਂ ਉਹਨੇ ਪ੍ਰਾਰਥਨਾ ਕਰਨੀ ਸ਼ੁਰੂ ਕੀਤੀ, ਉਹਨੇ ਤੋਬਾ ਕੀਤੀ ਢਿੱਡ ਦੇ ਵਿੱਚ, ਉਹਨੇ ਪਛਤਾਵਾ ਕੀਤਾ। ਉਹਨੇ ਇਹ ਕਿਹਾ ਕਿ ਮੈਂ ਫਿਰ ਪਰਮੇਸ਼ਰ ਤੇਰੇ ਪਲਾਨ ਨੂੰ ਪੂਰਾ ਕਰੂੰਗਾ। ਪਰਮੇਸ਼ਰ ਨਾਲ ਵਾਅਦਾ ਕੀਤਾ। ਕਹਿੰਦਾ, ਤਦ ਮੈਂ ਪੁਕਾਰ ਉੱਠਿਆ, ਮੈਂ ਤੇਰੇ ਸਾਹਮਣੇ ਦੂਰ ਕੀਤਾ ਗਿਆ ਹਾਂ। ਕਿੰਨਾ ਦੂਰ ਹੋ ਗਿਆ ਉਹ ਪਰਮੇਸ਼ਰ ਤੋਂ। ਉਹਨੇ ਸੋਚਿਆ, ਕਹਿੰਦਾ ਮੈਂ ਤੇਰੇ ਸਾਹਮਣੇ ਦੂਰ ਕੀਤਾ ਗਿਆ ਹਾਂ, ਪਰ ਮੈਂ ਤੇਰੇ ਮੰਦਰ ਦੇ ਦਰਸ਼ਨ ਕਰਾਂਗਾ। ਉਹਦਾ ਵਿਸ਼ਵਾਸ ਜਾਗਿਆ ਇੱਥੇ। ਇਸ ਘੋਰ ਨਰਕ ਦੇ ਵਿੱਚ, ਇਸ ਔਖੀ ਘੜੀ ਦੇ ਵਿੱਚ ਉਹਦੇ ਅੰਦਰ ਇੱਕ ਫੇਥ ਦੀ ਕਿਰਨ ਜਾਗੀ, ਕਿਉਂਕਿ ਉਹ ਪਰਮੇਸ਼ਰ ਨੂੰ ਜਾਣਦਾ ਸੀ ਕਿ ਉਹ ਪਰਮੇਸ਼ਰ ਜਿਹੜਾ ਆ ਉਹ ਮੈਨੂੰ ਬਚਾ ਸਕਦਾ ਆ। ਹਾਲੇਲੂਇਆ। ਫਿਰ ਜਦੋਂ ਉਹਨੇ ਪਰਮੇਸ਼ਰ ਦੇ ਅੱਗੇ ਆਪਣੀ ਦੁਆ ਪੂਰੀ ਕੀਤੀ ਤੇ ਪਰਮੇਸ਼ਰ ਨੇ ਕੀ ਕੀਤਾ, ਆਪਾਂ ਦੂਜੇ ਚੈਪਟਰ ਦਾ 10ਵਾਂ ਵਰਸ ਜਿਹੜਾ ਐਂਡ 'ਚ ਪੜ੍ਹਦੇ ਹਾਂ। ਤਦ ਪ੍ਰਭੂ ਨੇ ਮੱਛੀ ਨੂੰ ਆਗਿਆ ਦਿੱਤੀ, ਉਸਨੇ ਜੋਨਾ ਨੂੰ ਸਮੁੰਦਰ ਦੇ ਕੰਢੇ ਤੇ ਉਛਲ ਦਿੱਤਾ। ਪਹਿਲਾਂ ਤਾਂ ਪਰਮੇਸ਼ਰ ਨੇ ਮੱਛੀ ਨੂੰ ਤਿਆਰ ਕੀਤਾ ਉਹਨੂੰ ਨਿਗਲਣ ਦੇ ਵਾਸਤੇ, ਤੇ ਫਿਰ ਪਰਮੇਸ਼ਰ ਨੇ ਆਗਿਆ ਦਿੱਤੀ ਕਿ ਉਹਨੇ ਮੱਛੀ ਨੇ ਜਾ ਕੇ ਸਮੁੰਦਰ ਦੇ ਕੰਢੇ ਤੇ ਜਾ ਕੇ ਤੇ ਜੋਨਾ ਨੂੰ ਉਗਲਸ਼ ਦਿੱਤਾ, ਬਾਹਰ ਕੱਢ ਦਿੱਤਾ। ਹੁਣ ਇੱਥੇ ਆਪਾਂ ਕੀ ਸਿੱਖਦੇ ਹਾਂ ਕਿ ਇਹ ਜਿਹੜੇ ਸਮੁੰਦਰ ਦੇ ਜੀਵ ਜੰਤੂ ਵੀ ਆ, ਇਹ ਵੀ ਪਰਮੇਸ਼ਰ ਦੀ ਆਗਿਆ ਤੋਂ ਬਿਨਾਂ ਨਹੀਂ ਗੇ। ਧਰਤੀ ਦੀ ਇੱਕ ਇੱਕ ਰਚਨਾ ਜਿਹੜੀ ਪਰਮੇਸ਼ਰ ਨੇ ਬਣਾਈ, ਸ੍ਰਿਸ਼ਟੀਕਰਤਾ ਨੇ ਬਣਾਇਆ, ਜੋ ਕੁਝ ਵੀ ਬਣਿਆ ਆ ਸਭ ਉਹਦੇ ਅੰਡਰ ਆ।
ਜਦੋਂ ਪਰਮੇਸ਼ਰ ਨੇ ਉਤਪਤੀ ਕਿਤਾਬ ਦੇ ਵਿੱਚ ਰਚਨਾ ਕੀਤੀ, ਉਹਨੇ ਸਭ ਕੁਝ ਬਣਾਇਆ, ਤੇ ਪਰਮੇਸ਼ਰ ਨੇ ਕੀ ਕਿਹਾ ਸੀ? ਆਦਮੀ ਨੂੰ ਬਣਾ ਕੇ, ਆਦਮ ਨੂੰ ਬਣਾ ਕੇ, ਔਰਤ ਨੂੰ ਬਣਾ ਕੇ ਕਿਹਾ ਸੀ, ਜਾਓ ਵਧੋ ਫੁੱਲੋ ਤੇ ਇਸ ਤੇ ਰਾਜ ਕਰੋ। ਤੇ ਇਨਸਾਨ ਭੁੱਲ ਗਿਆ, ਪਾਪ ਕਰ ਲਿਆ, ਭੁੱਲ ਗਿਆ, ਤੇ ਇਹ ਸਾਰੀਆਂ ਚੀਜ਼ਾਂ ਨੂੰ ਜਿਨ੍ਹਾਂ ਤੇ ਪਰਮੇਸ਼ਰ ਨੇ ਸਾਨੂੰ ਰਾਜ ਕਰਨ ਵਾਸਤੇ ਕਿਹਾ ਸੀ, ਉਹਨੂੰ ਇਹ ਬੁਰੀਆਂ ਲੱਗਣ ਲੱਗ ਗਈਆਂ, ਕਿਉਂਕਿ ਸਾਡੇ ਪਾਪ ਦੇ ਸਦਕਾ ਇਹ ਸਾਡੇ ਲਈ ਬੈਡ ਹੋ ਗਈਆਂ। ਨਾ ਕਿ ਪਰਮੇਸ਼ਰ ਨੇ ਸਾਡੇ ਫਾਇਦੇ ਲਈ ਬਣਾਈਆਂ ਸੀ, ਸਾਡੇ ਨੁਕਸਾਨ ਲਈ ਨਹੀਂ ਸੀ ਇਹ ਚੀਜ਼ਾਂ ਬਣਾਈਆਂ। ਅੱਜ ਕਹਿੰਦੇ ਆਹ ਨਾ ਖਾਓ, ਆਹ ਨਾ ਕਰੋ, ਉਹ ਨਾ ਕਰੋ। ਇਹ ਕਿਹਨੇ ਕੀਤਾ? ਇਹ ਸਾਡੀ ਖੁਦ ਦੀ ਪੈਦਾਵਾਰ ਆ। ਉਸ ਪਾਪ ਦੇ ਕਰਕੇ ਜਿਹੜਾ ਪੁਸ਼ਤਾਂ ਤੋਂ ਚੱਲਾ ਆ ਰਿਹਾ, ਜੋ ਆਦਮ ਤੋਂ ਚੱਲਾ ਆ ਰਿਹਾ, ਅੱਜ ਤੱਕ ਅਸੀਂ ਸਜ਼ਾ ਭੋਗ ਰਹੇ ਹਾਂ। ਕਿੰਨੀ ਜ਼ਰੂਰਤ ਆ ਲੋਕਾਂ ਨੂੰ ਦੱਸਣਾ ਕਿ ਪਰਮੇਸ਼ਰ ਅੱਜ ਵੀ ਤੁਹਾਨੂੰ ਬਚਾਉਣਾ ਚਾਹੁੰਦਾ ਆ। ਇਹ ਖੁਸ਼ਖਬਰੀ ਦਾ ਸੁਨੇਹਾ ਜਿਹੜਾ ਆ, ਇਹ ਪਰਮੇਸ਼ਰ ਅੱਜ ਦੇਣਾ ਚਾਹੁੰਦਾ ਆ ਆਪਣੇ ਲੋਕਾਂ ਨੂੰ ਕਿ ਤੋਬਾ ਕਰੋ, ਪਰਮੇਸ਼ਰ ਤੇ ਭਰੋਸਾ ਕਰੋ, ਉਹ ਬਚਾਉਣਾ ਚਾਹੁੰਦਾ ਆ। ਹਾਲੇਲੂਇਆ, ਪਰਮੇਸ਼ਰ ਦਾ ਧੰਨਵਾਦ ਕਰਦੇ ਹਾਂ। ਫਿਰ ਉਹ ਮੱਛੀ ਨੇ ਜਦੋਂ ਉਹਨੂੰ ਸਮੁੰਦਰ ਦੇ ਕੰਢੇ ਤੇ ਲਿਆ ਕੇ ਸਿੱਟਤਾ, ਫਿਰ ਉਸ ਤੋਂ ਬਾਅਦ ਕੀ ਹੁੰਦਾ ਆਪਾਂ ਦੇਖਦੇ ਹਾਂ, ਚੈਪਟਰ 3 ਦੇ ਵਿੱਚ ਜਾਂਦੇ ਹਾਂ। ਹਾਲੇਲੂਇਆ। ਤਦ ਪ੍ਰਭੂ ਦੀ ਬਾਣੀ ਯੋਨਾ ਨਬੀ ਕੋਲ ਦੂਜੀ ਵਾਰ ਪਹੁੰਚੀ। ਫਿਰ ਪਰਮੇਸ਼ਰ ਨੇ ਆਪਣਾ ਉਹ ਦੈਵੀ ਸੰਦੇਸ਼ ਜਿਹੜਾ ਸੀ ਯੋਨਾ ਨੂੰ ਭੇਜਿਆ ਕਿ ਤੂੰ ਜਾ ਨਿਨਵੇ ਨਗਰ ਨੂੰ। ਇਸ ਵਾਰ ਉਸ ਨੂੰ ਉਸ ਬਾਣੀ ਅਨੁਸਾਰ ਇਹ ਦੈਵੀ ਸੰਦੇਸ਼ ਮਿਲਿਆ, ਉੱਠ ਅਤੇ ਵੱਡੇ ਨਗਰ ਨਿਨਵੇ ਨੂੰ ਜਾ ਅਤੇ ਉਸ ਦੇ ਨਿਵਾਸੀਆਂ ਨੂੰ ਉਹ ਸੰਦੇਸ਼ ਦੇ ਜੋ ਮੈਂ ਤੈਨੂੰ ਪਹਿਲਾਂ ਦਿੱਤਾ ਸੀ। ਫਿਰ ਰਿਪੀਟ ਕੀਤਾ, ਪਰਮੇਸ਼ਰ ਭੁੱਲਦਾ ਨੀਗਾ। ਫਿਰ ਪਰਮੇਸ਼ਰ ਦੇ ਪਲਾਨ ਜਿਹੜੇ ਸਾਡੀ ਜ਼ਿੰਦਗੀ ਦੇ ਵਿੱਚ ਹਨ, ਚਾਹੇ ਭੈਣੋ ਤੇ ਭਰਾਵੋ ਜਿੱਥੇ ਮਰਜੀ ਚੱਲੀਏ, ਉਹਨੇ ਲੈ ਹੀ ਲੈਣੇ ਆ, ਜਿੱਥੇ ਮਰਜੀ ਲੁਕ ਜਾਈਏ। ਕਹਿੰਦੇ ਹੁੰਦੇ ਆ, ਕਹਾਵਤ ਆ ਕਿ ਜੇ ਸਿੱਧੀ ਉਂਗਲੀ ਨਾਲ ਘੇ ਨਾ ਨਿਕਲੇ ਤਾਂ ਟੇਢੀ ਕਰਨੀ ਪੈਂਦੀ ਆ। ਇੱਥੇ ਸ਼ਾਇਦ ਪਰਮੇਸ਼ਰ ਨੂੰ ਵੀ ਇਦਾਂ ਹੀ ਕਰਨਾ ਪਿਆ ਯੋਨਾ ਦੇ ਨਾਲ। ਯੋਨਾ ਪ੍ਰਭੂ ਦੀ ਬਾਣੀ ਅਨੁਸਾਰ ਉੱਠਿਆ ਤੇ ਨਿਨਵੇ ਨਗਰ ਨੂੰ ਗਿਆ। ਨਿਨਵੇ ਨਗਰ ਇੰਨਾ ਵੱਡਾ ਸੀ ਕਿ ਇਸ ਤੇ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ ਜਾਣ ਵਿੱਚ ਪੂਰੇ 3 ਦਿਨ ਲੱਗਦੇ ਸਨ। ਇਸ ਲਈ ਯੋਨਾ ਨੇ ਨਗਰ ਦਾ ਸਫ਼ਰ ਸ਼ੁਰੂ ਕੀਤਾ। ਉਸ ਨੇ ਦਿਨ ਭਰ ਦੇ ਸਫ਼ਰ ਪਿੱਛੋਂ ਨਗਰ ਨਿਵਾਸੀਆਂ ਨੂੰ ਇਸ ਤਰ੍ਹਾਂ ਪੁਕਾਰ ਕੇ ਕਿਹਾ, ਕੇਵਲ 40 ਦਿਨ ਰਹਿ ਗਏ ਹਨ, ਫਿਰ ਨਿਨਵੇ ਨਗਰ ਤਬਾਹ ਕੀਤਾ ਜਾਵੇਗਾ। ਹੁਣ ਪਹਿਲਾਂ ਤਾਂ 3 ਦਿਨ ਉਹ ਮੱਛੀ ਦੇ ਢਿੱਡ 'ਚ ਰਿਹਾ, ਫਿਰ 3 ਦਿਨ ਉਹਨੂੰ ਸਫ਼ਰ ਕਰਨਾ ਪਿਆ ਨਿਨਵੇ ਸ਼ਹਿਰ ਨੂੰ ਜਾਣ ਵਾਸਤੇ। ਤੇ ਫਿਰ ਉਹਨੇ ਉਹੀ ਪਰਮੇਸ਼ਰ ਦਾ ਸੇਮ ਸੰਦੇਸ਼ ਆਇਆ ਕਿ ਉਹਨਾਂ ਨੂੰ ਕਹਿ ਕਿ ਤੋਬਾ ਕਰਨ। ਜੇ ਯੋਨਾ ਪਹਿਲਾਂ ਹੀ ਚਲਾ ਜਾਂਦਾ ਤਾਂ ਫਿਰ ਉਹਨੂੰ ਸ਼ਾਇਦ ਇਸ ਪਰੇਸ਼ਾਨੀ ਦੇ ਵਿੱਚ ਦੀ ਗੁਜ਼ਰਨਾ ਨਾ ਪੈਂਦਾ। ਹੁਣ ਇੱਥੇ ਆਪਾਂ ਕੀ ਦੇਖਦੇ ਹਾਂ ਕਿ ਪਰੇਸ਼ਾਨੀ ਉਹਨੇ ਖੁਦ ਪੈਦਾ ਕੀਤੀ ਆ, ਪਰਮੇਸ਼ਰ ਦੀ ਅਵਗਿਆਕਾਰੀ ਕਰਕੇ। ਪਰਮੇਸ਼ਰ ਨਹੀਂ ਸੀ ਚਾਹੁੰਦਾ ਕਿ ਉਹਦੇ ਨਾਲ ਇਸ ਤਰ੍ਹਾਂ ਹੁੰਦਾ, ਪਰ ਉਹਦੀ ਆਪਣੀ ਮਰਜ਼ੀ ਦੇ ਕਾਰਨ ਉਹ ਇਸ ਮੱਛੀ ਦੇ ਢਿੱਡ ਦੇ ਵਿੱਚ 3 ਦਿਨ ਰਹਿ ਕੇ ਫਿਰ ਕੀ ਹੋਇਆ, ਸਿੱਧਾ ਹੋ ਕੇ ਤੁਰ ਪਿਆ ਪਰਮੇਸ਼ਰ ਦੇ। ਦੂਜੀ ਵਾਰੀ ਜਦੋਂ ਬਾਣੀ ਆਈ ਕਿ ਫਿਰ ਉੱਥੇ ਚੱਲ, ਤੇ ਉਹ ਉੱਠਿਆ, ਉਹ ਤੁਰਿਆ ਤੇ ਪਰਮੇਸ਼ਰ ਦੇ ਲੋਕਾਂ ਕੋਲ ਜਾ ਕੇ ਉਹਨੇ ਕੀ ਕੀਤਾ, ਉਹਨੇ ਦੱਸਿਆ ਕਿ 40 ਦਿਨ ਰਹਿ ਗਏ ਆ ਕਿ ਨਿਨਵੇ ਸ਼ਹਿਰ ਜਿਹੜਾ ਨਾਸ਼ ਕੀਤਾ ਜਾਵੇਗਾ, ਤੇ ਇਸ ਕਰਕੇ ਪਰਮੇਸ਼ਰ ਤੁਹਾਨੂੰ ਬਚਾਉਣਾ ਚਾਹੁੰਦਾ। ਉਹਨੇ ਪਰਮੇਸ਼ਰ ਦਾ ਸੁਨੇਹਾ ਦਿੱਤਾ ਤੇ ਲੋਕਾਂ ਨੇ ਕੀ ਕੀਤਾ, ਇਹ ਸੁਣ ਕੇ ਨਿਨਵੇ ਨਗਰ ਦੇ ਨਿਵਾਸੀਆਂ ਨੇ ਪਰਮੇਸ਼ਰ ਤੇ ਵਿਸ਼ਵਾਸ ਕੀਤਾ ਅਤੇ ਉਹਨਾਂ ਸਭ ਨੇ ਮਿਲ ਕੇ ਵਰਤ ਰੱਖਣ ਦਾ ਫੈਸਲਾ ਕੀਤਾ। ਇੱਥੋਂ ਤੱਕ ਕਿ ਹਰ ਮਨੁੱਖ ਵੱਡੇ ਤੋਂ ਲੈ ਕੇ ਛੋਟੇ ਤੱਕ ਨੇ ਟਾਟ ਪਹਿਨ ਲਿਆ ਕਿ ਇਹ ਪ੍ਰਗਟ ਹੋਵੇ ਕਿ ਉਹਨਾਂ ਨੇ ਆਪਣੀ ਬੁਰਾਈ ਛੱਡ ਦਿੱਤੀ ਆ। ਹੁਣ ਇੱਥੇ ਕੀ ਕੀਤਾ ਉਹਨਾਂ ਨੇ ਸਭ ਨੇ ਪਾਪ ਛੱਡਣ ਦਾ ਫੈਸਲਾ ਕਰ ਲਿਆ। ਹੁਣ ਇੱਥੇ ਆਪਾਂ ਕੀ ਦੇਖਦੇ ਹਾਂ ਕਿ ਪਰਮੇਸ਼ਰ ਕੰਮ ਕਰ ਸਕਦਾ, ਉਹ ਖੁਦ ਵੀ ਜਾ ਕੇ ਉਹਨਾਂ ਨੂੰ ਬਚਾ ਸਕਦਾ ਕਿਉਂਕਿ ਉਹ ਪਰਮੇਸ਼ਰ ਆ। ਪਰ ਪਰਮੇਸ਼ਰ ਨੇ ਦੇ ਪਲਾਨ ਆ ਆਪਣੀਆਂ ਜ਼ਿੰਦਗੀਆਂ ਦੇ ਵਿੱਚ, ਉਹਨੇ ਤੁਹਾਨੂੰ ਚੁਣਿਆ, ਮੈਨੂੰ ਚੁਣਿਆ। ਉਹ ਉਡੀਕ ਕਰਦਾ ਆ ਕਿ ਸਾਨੂੰ ਇਸਤੇਮਾਲ ਕਰੇ। ਉਹ ਚਾਹੁੰਦਾ ਆ ਕਿ ਅਸੀਂ ਜਾ ਕੇ ਉਹਦਾ ਵਚਨ ਦੱਸੀਏ। ਇਸੇ ਤਰ੍ਹਾਂ ਜਦੋਂ ਯੋਨਾ ਨੇ ਜਾ ਕੇ ਵਚਨ ਦੱਸਿਆ ਤਾਂ ਉਹਨਾਂ ਨੇ ਕੀ ਕੀਤਾ, ਉਹਨਾਂ ਨੇ ਤੋਬਾ ਕੀਤੀ, ਉਹਨਾਂ ਨੇ ਵਰਤ ਰੱਖ ਲਏ, ਸੋਗ ਕੀਤਾ। ਈਵਨ ਉੱਥੇ ਦੇ ਰਾਜਾ ਨੇ ਵੀ ਅੱਗੇ ਲਿਖਿਆ ਹੋਇਆ ਆ ਕਿ ਉਹਨੇ ਵੀ ਆਪਣਾ ਸਿੰਘਾਸਨ ਛੱਡ ਕੇ ਉਹਨੇ ਵੀ ਤੱਪੜ ਪਹਿਨ ਲਏ ਤੇ ਉਹ ਵੀ ਸੋਗ ਕਰਨ ਲੱਗਾ, ਹੰਬਲ ਹੋਇਆ। ਉਹਨੇ ਸ਼ਹਿਰ 'ਚ ਲੋਕਾਂ ਨੂੰ ਇਜਾਜ਼ਤ ਦਿੱਤੀ ਕਿ ਜਾਓ, ਅੱਜ ਦੇ ਦਿਨ
ਇੱਥੇ ਲਿਖਿਆ ਹੋਇਆ, ਆਪਾਂ 6ਵਾਂ ਵਰਸ ਪੜ੍ਹ ਹੀ ਲੈਂਦੇ ਆ, ਤੀਸਰੇ ਦਾ 6ਵਾਂ ਵਰਸ। ਨਿਨਵਾ ਦੇ ਰਾਜਾ ਕੋਲ ਜਦੋਂ ਇਸ ਸਭ ਦਾ ਸਮਾਚਾਰ ਪਹੁੰਚਿਆ ਤਾਂ ਉਹ ਵੀ ਆਪਣੇ ਤਖਤ ਤੋਂ ਉੱਠਿਆ ਤੇ ਆਪਣੀ ਸ਼ਾਹੀ ਪੋਸ਼ਾਕ ਉਤਾਰ ਕੇ ਟਾਟ ਉਸਨੇ ਪਹਿਨ ਲਿਆ ਅਤੇ ਸਵਾਹ ਵਿੱਚ ਬੈਠ ਗਿਆ। ਉਸਨੇ ਇਹ ਕਹਿ ਕੇ ਢੰਡੋਰਾ ਪਟਵਾਇਆ, ਇਹ ਰਾਜਾ ਅਤੇ ਉਸਦੇ ਸ਼ਾਹੀ ਅਧਿਕਾਰੀਆਂ ਦਾ ਹੁਕਮ ਹੈ ਕਿ ਕੋਈ ਵੀ ਮਨੁੱਖ ਕਿਸੇ ਚੀਜ਼ ਦਾ ਸਵਾਦ ਨਾ ਚੱਖੇ, ਇੱਥੋਂ ਤੱਕ ਕਿ ਕਿਸੇ ਪਸ਼ੂ ਜਾਂ ਬਲਦ ਜਾਂ ਭੇਡ ਤੱਕ ਨੂੰ ਚਾਰਾ ਨਾ ਪਾਇਆ ਜਾਵੇ। ਰਾਜਾ ਨੇ ਇਹ ਕਿਹਾ ਕਿ ਕਿਸੇ ਜਾਨਵਰ ਨੂੰ ਵੀ ਨਾ ਖਾਣਾ ਦਿੱਤਾ ਜਾਵੇ ਅਤੇ ਨਾ ਹੀ ਪਾਣੀ ਪਿਲਾਇਆ ਜਾਵੇ। ਹਰ ਮਨੁੱਖ ਅਤੇ ਪਸ਼ੂ ਟਾਟ ਪਹਿਨੇ ਸਭ ਮਿਲ ਕੇ ਪਰਮੇਸ਼ਰ ਅੱਗੇ ਪੂਰੇ ਜ਼ੋਰ ਨਾਲ ਪ੍ਰਾਰਥਨਾ ਕਰਨ। ਹਰ ਕੋਈ ਆਪਣੇ ਬੁਰੇ ਕੰਮਾਂ ਵੱਲੋਂ ਮੂੰਹ ਮੋੜੇ, ਹਰ ਤਰ੍ਹਾਂ ਦੇ ਹਿੰਸਾ ਤੋਂ ਆਪਣਾ ਹੱਥ ਰੋਕੇ। ਕਹਿੰਦਾ ਹਰ ਕੋਈ ਆਪਣੇ ਬੁਰੇ ਕੰਮਾਂ ਤੋਂ ਮੁੜੇ ਅਤੇ ਹਰ ਤਰ੍ਹਾਂ ਦੀ ਹਿੰਸਾ ਤੋਂ ਆਪਣਾ ਹੱਥ ਰੋਕੇ। ਹਰ ਤਰ੍ਹਾਂ ਦੇ ਜ਼ੁਲਮ ਤੋਂ ਆਪਣੇ ਹੱਥਾਂ ਨੂੰ ਜ਼ੁਲਮ ਕਰਨ ਤੋਂ ਰੋਕੋ। ਇਹ ਰਾਜਾ ਨੇ ਸੰਦੇਸ਼ ਦਿੱਤਾ। ਹੋ ਸਕਦਾ ਹੈ ਕਿ ਪਰਮੇਸ਼ਰ ਆਪਣਾ ਫੈਸਲਾ ਬਦਲ ਦੇਵੇ ਅਤੇ ਆਪਣੇ ਭੜਕੇ ਗੁੱਸੇ ਨੂੰ ਖਤਮ ਕਰ ਦੇਵੇ ਕਿ ਅਸੀਂ ਨਾਸ਼ ਹੋਣ ਤੋਂ ਬਚ ਜਾਈਏ। ਕਹਿੰਦਾ ਹੋ ਸਕਦਾ ਆ ਕਿ ਪਰਮੇਸ਼ਰ ਆਪਣਾ ਗੁੱਸਾ ਜਿਹੜਾ ਸਾਡੇ ਤੋਂ ਦੂਰ ਕਰ ਲਵੇ ਤੇ ਅਸੀਂ ਨਾਸ਼ ਕਰਨ ਤੋਂ ਬਚ ਜਾਈਏ। ਕਿ ਉਹਨਾਂ ਨੇ 3 ਦਿਨ ਪਾਣੀ ਤੱਕ ਵੀ ਨਹੀਂ ਉਹਨਾਂ ਨੇ ਪੀਤਾ ਤੇ ਨਾ ਕੁਝ ਖਾਧਾ, ਤੇ ਉਹਨਾਂ ਨੇ ਕੀ ਕੀਤਾ? ਸੋਗ ਮਨਾਇਆ। ਸੋਗ ਮਨਾਇਆ, ਟਾਟ ਪਹਿਨ ਲਏ, ਤੱਪੜ ਪਹਿਨ ਲਏ, ਸਵਾਹ ਮੜ ਲਈ। ਇਹਦਾ ਮਤਲਬ ਪਤਾ ਕੀ ਆ? ਕਿ ਉਹ ਦੀਨ ਤੇ ਨਮਰ ਹੋ ਗਏ, ਹੰਬਲ ਹੋ ਗਏ, ਉਹ ਥੱਲੇ ਬਹਿ ਗਏ। ਉਹਨਾਂ ਦੇ ਹੰਕਾਰ ਛੱਡ ਦਿੱਤਾ, ਉਹ ਕੰਮ ਛੱਡ ਦਿੱਤੇ, ਹੰਕਾਰ ਵਾਲੇ ਜ਼ੁਲਮ ਛੱਡ ਦਿੱਤੇ। ਤੇ ਪਰਮੇਸ਼ਰ ਨੇ ਕੀ ਕੀਤਾ? ਫਿਰ ਪਰਮੇਸ਼ਰ ਨੇ ਉਹਨਾਂ ਦੀ ਸੁਣੀ। ਹਾਲੇਲੂਇਆ। ਜਦੋਂ ਪਰਮੇਸ਼ਰ ਨੇ ਇਹ ਸਭ ਕੁਝ ਹੁੰਦਾ ਦੇਖਿਆ ਕਿ ਉਹਨਾਂ ਨੇ ਆਪਣੇ ਬੁਰੇ ਕੰਮ ਛੱਡ ਦਿੱਤੇ ਹਨ, ਇਸ ਲਈ ਉਸਨੇ ਵੀ ਆਪਣਾ ਫੈਸਲਾ ਬਦਲ ਦਿੱਤਾ। ਕਿੰਨਾ ਪਿਆਰਾ ਪਰਮੇਸ਼ਰ ਆ, ਸਿਰਫ ਸਾਨੂੰ ਸਿੱਧੇ ਰਾਹ ਤੇ ਲਿਆਉਣਾ ਚਾਹੁੰਦਾ ਆ। ਉਹਨੇ ਵੀ ਆਪਣਾ ਫੈਸਲਾ ਬਦਲ ਲਿਆ। ਹਾਲੇਲੂਇਆ। ਜਦੋਂ ਪਰਮੇਸ਼ਰ ਨੂੰ ਪਤਾ ਲੱਗਾ, ਹਾਲੇਲੂਇਆ, ਅਤੇ ਉਹਨਾਂ ਨਾਲ ਬੁਰਾ ਵਰਤਾਵ ਨਾ ਕੀਤਾ ਜਿਸ ਦੇ ਕਰਨ ਲਈ ਉਸਨੇ ਫੈਸਲਾ ਲਿਆ ਸੀ। ਪਰਮੇਸ਼ਰ ਨੇ ਆਪਣਾ ਫੈਸਲਾ ਬਦਲ ਦਿੱਤਾ। ਕੋਈ ਬੁਰਾ ਵਰਤਾਵ ਨਹੀਂ ਕੀਤਾ ਜਦੋਂ ਉਹਨਾਂ ਨੇ ਪਰਮੇਸ਼ਰ ਦੇ ਹੁਕਮ ਨੂੰ ਮੰਨਿਆ। ਹਾਲੇਲੂਇਆ। ਹੁਣ ਆਪਾਂ ਚੌਥੇ ਚੈਪਟਰ ਦੇ ਵਿੱਚ ਕੀ ਦੇਖਦੇ ਹਾਂ? ਹਾਲੇਲੂਇਆ। ਕਿੰਨਾ ਪਿਆਰਾ ਪਰਮੇਸ਼ਰ ਆ, ਕਿੰਨਾ ਸਾਨੂੰ ਪਿਆਰ ਕਰਦਾ, ਕਿੰਨਾ ਸਾਨੂੰ ਉਹ ਬਚਾਉਣਾ ਚਾਹੁੰਦਾ ਆ ਕਿ ਅੱਜ ਅਸੀਂ ਤੋਬਾ ਕਰਕੇ ਬੁਰੇ ਕੰਮਾਂ ਤੋਂ ਛੁੱਟ ਕੇ ਪਰਮੇਸ਼ਰ ਦੇ ਨੇੜੇ ਆਈਏ ਤੇ ਉਹਦੀ ਕਿਰਪਾ ਸਾਡੇ ਤੇ ਹੋਵੇ। ਸਾਨੂੰ ਸਾਰਿਆਂ ਨੂੰ ਲੋੜ ਆ। ਹਾਲੇਲੂਇਆ। ਫਿਰ ਕੀ ਹੋਇਆ? ਚੌਥੇ ਚੈਪਟਰ 'ਚ ਲਿਖਿਆ ਕਿ ਜੋਨਾ ਨੂੰ ਬਹੁਤ ਬੁਰਾ ਲੱਗਾ। ਪਰ ਜੋਨਾ ਨੂੰ ਇਹ ਸਭ ਬਹੁਤ ਬੁਰਾ ਲੱਗਾ। ਉਹ ਗੁੱਸੇ ਦੀ ਅੱਗ ਨਾਲ ਭੜਕ ਉੱਠਿਆ। ਇਸ ਲਈ ਉਸਨੇ ਪ੍ਰਭੂ ਅੱਗੇ ਇਸ ਤਰ੍ਹਾਂ ਪ੍ਰਾਰਥਨਾ ਕੀਤੀ, ਹੇ ਪ੍ਰਭੂ, ਕੀ ਮੈਂ ਆਪਣਾ ਦੋਸ਼ ਛੱਡਣ ਲੱਗਿਆਂ ਪਹਿਲਾਂ ਹੀ ਇਹ ਪ੍ਰਾਰਥਨਾ ਨਾ ਕੀਤੀ ਕਿ ਤੂੰ ਇਹੀ ਕਰੇਂਗਾ? ਉਹ ਫੇਰ ਪ੍ਰਭੂ ਦੇ ਮੂਹਰੇ ਕੁਐਸਚਨ ਲੈ ਕੇ ਆ ਗਿਆ। ਮੈਂ ਕਹਿੰਦੀ ਕਿੱਦਾਂ ਦਾ ਨਵੀਂ ਸੀਗਾ ਉਹ, ਦੇਖੋ ਤੁਸੀਂ। ਕਹਿੰਦਾ ਪ੍ਰਭੂ ਮੈਨੂੰ ਤਾਂ ਪਹਿਲਾਂ ਹੀ ਪਤਾ ਸੀ ਕਿ ਤੂੰ ਇਹ ਕਰੂੰਗਾ। ਉਹਨੂੰ ਚੰਗਾ ਨਹੀਂ ਲੱਗਾ, ਪਰਮੇਸ਼ਰ ਨੇ ਉਹਨਾਂ ਨੂੰ ਬਚਾ ਲਿਆ। ਹਾਂ, हे ਪ੍ਰਭੂ, ਕੀ ਮੈਂ ਆਪਣਾ ਦੇਸ਼ ਛੱਡਣ ਲੱਗਿਆਂ ਪਹਿਲਾਂ ਹੀ ਇਹ ਪ੍ਰਾਰਥਨਾ ਨਾ ਕੀਤੀ ਸੀ ਕਿ ਤੂੰ ਇਹੀ ਕਰੇਗਾ? ਇਸ ਲਈ ਮੈਂ ਤਰਸ਼ੀਸ਼ ਨੂੰ ਭੱਜਣ ਦਾ ਆਪਣਾ ਪੂਰਾ ਯਤਨ ਕੀਤਾ। ਮੈਂ ਜਾਣਦਾ ਸਾਂ ਕਿ ਤੂੰ ਅਤ ਕਿਰਪਾਲੂ ਅਤੇ ਦਿਆਲੂ ਪਰਮੇਸ਼ਰ ਹੈ। ਤੂੰ ਗੁੱਸਾ ਕਰਨ ਵਿੱਚ ਮੱਠਾ ਤੇ ਅਪਾਰ ਦਇਆ ਦਾ ਮਾਲਕ ਅਤੇ ਆਪਣੇ ਬੁਰੇ ਫੈਸਲੇ ਬਦਲ ਦੇਣ ਵਾਲਾ ਪਰਮੇਸ਼ਰ ਹੈ। ਇਸ ਲਈ हे ਪ੍ਰਭੂ, ਮੇਰੀ ਪ੍ਰਾਰਥਨਾ ਹੈ ਕਿ ਮੇਰਾ ਜੀਵਨ ਲੈ ਲੈ। ਹੁਣ ਮੇਰੇ ਲਈ ਜੀਣ ਨਾਲੋਂ ਮਰਨਾ ਹੀ ਚੰਗਾ ਆ। ਹੁਣ ਉਹਨੂੰ ਇੱਥੇ ਫੇਰ ਗੁੱਸਾ ਆ ਗਿਆ ਕਿ ਪਰਮੇਸ਼ਰ ਨੇ ਇਹਨਾਂ ਨੂੰ ਬਚਾ ਲਿਆ। ਕਹਿੰਦਾ ਇਹਦੇ ਨਾਲੋਂ ਤਾਂ ਮੇਰੇ ਲਈ ਮਰਨਾ ਹੀ ਚੰਗਾ। ਮੈਨੂੰ ਤਾਂ ਪਹਿਲਾਂ ਹੀ ਪਤਾ ਸੀ ਕਿ ਪ੍ਰਭੂ ਤੂੰ ਇਹ ਕੰਮ ਕਰੂੰਗਾ। ਪ੍ਰਭੂ ਨੇ ਇਹ ਕੰਮ ਕਰਨਾ ਸੀ, ਪਰ ਪ੍ਰਭੂ ਕੀ ਚਾਹੁੰਦਾ ਆ? ਇਨਸਾਨ ਨੂੰ ਇਸਤੇਮਾਲ ਕਰਨਾ ਚਾਹੁੰਦਾ ਆ। ਪ੍ਰਭੂ ਚਾਹੁੰਦਾ ਆ ਕਿ ਕੋਈ ਇਦਾਂ ਦਾ ਬੰਦਾ ਜਿਹਨੂੰ ਮੈਂ ਇਸਤੇਮਾਲ ਕਰਾਂ, ਜਿਹੜਾ ਮੇਰੀ ਆਗਿਆਕਾਰੀ ਦੇ ਵਿੱਚ ਆ ਕੇ ਦੂਸਰਿਆਂ ਤੱਕ ਮੇਰਾ ਸੁਨੇਹਾ ਲੈ ਕੇ ਜਾਵੇ। ਅੱਜ ਕੀ ਪਰਮੇਸ਼ਰ ਚਾਹੁੰਦਾ ਆ? ਪਰਮੇਸ਼ਰ ਇਹੀ ਚਾਹੁੰਦਾ ਆ। ਪਰਮੇਸ਼ਰ ਸਾਨੂੰ ਇੱਕ ਜ਼ਰੀਆ ਬਣਾਉਂਦਾ। ਉਹਨੇ ਜੋਨਾ ਨੂੰ ਜ਼ਰੀਆ ਬਣਾਇਆ ਇੱਕ ਆਪਣੇ ਲੋਕਾਂ ਨੂੰ ਬਚਾਉਣ ਵਾਸਤੇ। ਉਹ ਆਪ ਵੀ ਬਚਾ ਸਕਦਾ ਸੀ। ਪਰਮੇਸ਼ਰ ਦਾ ਹੱਥ ਬਹੁਤ ਲੰਬਾ ਆ, ਉਹ ਬਚਾ ਸਕਦਾ ਆ, ਪਰ ਉਹਨੇ ਚਾਹੁੰਦਾ ਸੀ ਕਿ ਜੋਨਾ ਜਾ ਕੇ ਬਚਾਵੇ। ਅੱਜ ਇਸੇ ਤਰ੍ਹਾਂ ਪਰਮੇਸ਼ਰ ਤੁਹਾਨੂੰ ਤੇ ਮੈਨੂੰ ਚਾਹੁੰਦਾ ਕਿ ਆਪਾਂ ਜਾ ਕੇ ਇਹ ਸ਼ੁਭ ਸਮਾਚਾਰ, ਇਹ ਸੁਨੇਹਾ ਲੋਕਾਂ ਨੂੰ ਦਈਏ ਕਿ ਪਰਮੇਸ਼ਰ ਪੁਕਾਰ ਰਿਹਾ ਆ, ਪਾਪਾਂ ਨੂੰ ਛੱਡੋ, ਤੋਬਾ ਕਰੋ, ਬਪਤਿਸਮਾ ਲਓ ਤੇ ਬਚਾਏ ਜਾਵੋ। ਕਿਉਂਕਿ ਜਿਸ ਤਰ੍ਹਾਂ ਬਿਮਾਰੀ ਚਾਰੇ ਪਾਸੇ ਫੈਲ ਰਹੀ ਆ, ਪਤਾ ਨਹੀਂ ਕਿਹੜੇ ਵੇਲੇ ਮੌਤ ਆ ਜਾਣੀ ਆ। ਪ੍ਰਭੂ ਯਿਸੂ ਮਸੀਹ ਦਾ ਰਾਹ ਮੁਕਤੀ ਦਾ ਰਾਹ ਆ, ਮੁਕਤੀ ਦਾ ਸੰਦੇਸ਼ ਆ, ਤੁਰਦਾ ਜੀਵਨ ਆ।
ਜਿਸ ਤਰ੍ਹਾਂ ਪਿਛਲੀ ਵਾਰ ਵੀ ਵਚਨ ਦੇ ਵਿੱਚ ਮੈਂ ਦੱਸਿਆ ਸੀ ਕਿ ਜਦੋਂ ਕੋਈ ਮਰ ਜਾਂਦਾ ਸੀ ਅਰਦਾਸਾਂ ਕਰਦੇ ਹਾਂ ਕਿ ਇਹਨੂੰ ਸਵਰਗਵਾਸੀ ਹੋ ਜਾਵੇ, ਇਹਨੂੰ ਸਵਰਗ ਦਾ ਜੀਵਨ ਮਿਲ ਜਾਵੇ। ਭੈਣੋ ਤੇ ਭਰਾਵੋ, ਇੱਕ ਵਾਰ ਫਿਰ ਇੱਥੇ ਦੱਸਣਾ ਚਾਹੁੰਦੀ ਹਾਂ ਕਿ ਸਵਰਗਵਾਸੀ ਅਸੀਂ ਮਰਨ ਤੋਂ ਬਾਅਦ ਅਰਦਾਸਾਂ ਨਾਲ ਨਹੀਂ ਹੋਣਾ। ਸਵਰਗਵਾਸੀ ਅਸੀਂ ਇੱਥੇ ਹੀ ਹੋ ਸਕਦੇ ਹਾਂ ਜੇ ਅਸੀਂ ਪਰਮੇਸ਼ਰ ਨੂੰ ਜਾਣ ਕੇ ਪਾਪਾਂ ਨੂੰ ਛੱਡ ਦਈਏ, ਆਪਣੇ ਬੁਰੇ ਜੀਵਨ ਨੂੰ ਛੱਡ ਦਈਏ ਤੇ ਉਹਨਾਂ ਲੋਕਾਂ ਚੋਂ ਬਾਹਰ ਆ ਜਾਈਏ, ਉਹਨਾਂ ਲੋਕਾਂ ਚੋਂ ਨਿਕਲ ਆਈਏ ਜਿਹੜੇ ਆਪਣੇ ਫੈਸਲੇ ਬਦਲਣਾ ਨਹੀਂ ਚਾਹੁੰਦੇ, ਜਿਨ੍ਹਾਂ ਨੇ ਉਹ ਰਾਹ ਚੁਣ ਲਏ ਆ ਜਿਹੜੇ ਪਰਮੇਸ਼ਰ ਨੂੰ ਪਸੰਦ ਨਹੀਂ। ਇਸ ਕਰਕੇ ਉਹੀ ਸੰਗਤੀ ਕਰੋ, ਚੰਗੇ ਲੋਕਾਂ ਦੀ ਸੰਗਤੀ ਕਰੋ, ਰੱਬ ਤੋਂ ਡਰਨ ਵਾਲਿਆਂ ਦੀ ਸੰਗਤੀ ਕਰੋ, ਤਾਂ ਜੋ ਪਾਪ ਤੁਹਾਡੇ ਤੇ ਭਾਰੀ ਨਾ ਹੋ ਜਾਵੇ। ਅੱਜ ਕੱਲ੍ਹ ਆਪਣੇ ਆਪ ਨੂੰ ਬਚਾਉਣ ਦੀ ਬਹੁਤ ਜ਼ਰੂਰਤ ਆ। ਇਦਾਂ ਦੇ ਹਾਲਾਤਾਂ ਦੇ ਵਿੱਚ ਸਾਰੇ ਪਾਸੇ ਮੌਤ ਆ, ਸਾਰੇ ਪਾਸੇ ਖੌਫ ਆ, ਪਰ ਯਾਦ ਰੱਖਣਾ ਜਿਨ੍ਹਾਂ ਤੇ ਪਰਮੇਸ਼ਰ ਦੀ ਨਿਗਾਹ ਆ, ਜਿਨ੍ਹਾਂ ਨੂੰ ਪਰਮੇਸ਼ਰ ਬਚਾਉਣਾ ਚਾਹੁੰਦਾ ਆ, ਉਹਨਾਂ ਦਾ ਮੌਤ ਵੀ ਕੁਝ ਨਹੀਂ ਵਿਗਾੜ ਸਕਦੀ। ਜਿਸ ਤਰ੍ਹਾਂ ਵਚਨ ਦੇ ਵਿੱਚ ਲਿਖਿਆ, ਤੂੰ ਬਚ ਤੇ ਤੇਰਾ ਘਰਾਣਾ ਬਚਾਇਆ ਜਾਵੇਗਾ। ਇਹ ਪਰਮੇਸ਼ਰ ਦਾ ਵਾਅਦਾ ਆ ਤੇ ਇਹ ਪੂਰਾ ਵੀ ਹੁੰਦਾ ਆ। ਇਸੇ ਤਰ੍ਹਾਂ ਨਿਨਵੇ ਸ਼ਹਿਰ ਦੇ ਵਿੱਚ ਐਂਡ ਦੇ ਵਿੱਚ ਆਪਾਂ ਦੇਖਦੇ ਹਾਂ, ਆਪਾਂ ਜੇ ਥੋੜਾ ਜਿਹਾ ਹੋਰ ਅੱਗੇ ਜਾਂਦੇ ਹਾਂ, ਫਿਰ ਜੋਨਾ ਨੇ ਕੀ ਕੀਤਾ, ਜਦੋਂ ਲੋਕਾਂ ਨੇ ਤੋਬਾ ਕਰ ਲਈ, ਉਹ ਜਾ ਕੇ ਧੁੱਪੇ ਇੱਕ ਪਹਾੜੀ ਦੇ ਵਿੱਚ ਬਹਿ ਗਿਆ, ਪਹਾੜੀ ਤੇ ਬਹਿ ਗਿਆ, ਉੱਥੇ ਇੱਕ ਤੰਬੂ ਜਿਹਾ ਛੋਟਾ ਜਿਹਾ ਬਣਾ ਲਿਆ ਤੇ ਸੋਗ ਕਰਨ ਲੱਗਾ। ਕਹਿੰਦਾ ਦੇਖਣਾ ਆ ਕਿ ਕਿੰਨੀ ਕੁ ਦੇਰ ਤੋਬਾ ਕੀਤੇ ਰਹਿੰਦੇ ਆ। ਉਹਨੂੰ ਫਿਰ ਵੀ ਯਕੀਨ ਨਹੀਂ ਸੀ, ਉਹ ਫਿਰ ਵੀ ਦੁਖੀ ਸੀਗਾ, ਖੁਸ਼ੀ ਨਹੀਂ ਸੀ ਹੁੰਦਾ। ਪਰ ਫਿਰ ਕੀ ਹੋਇਆ, ਪਰਮੇਸ਼ਰ ਨੂੰ ਫਿਰ ਉਹਦੇ ਤੇ ਤਰਸ ਆਇਆ। ਪਰਮੇਸ਼ਰ ਨੇ ਫਿਰ ਉਹਨੂੰ ਇੱਕ ਉੱਥੇ ਰਾਤੋਂ ਰਾਤ ਇੱਕ ਬੇਲ ਉਗਾਈ, ਜਿਹਨੇ ਜੋਨਾ ਦੇ ਉੱਤੇ ਆ ਕੇ ਛਾਂ ਕੀਤੀ ਤੇ ਉਹਨੂੰ ਚੰਗਾ ਲੱਗਾ, ਖੁਸ਼ ਹੋਇਆ ਦੇਖ ਕੇ ਵੇਲ ਨੂੰ। ਪਰ ਫਿਰ ਪਰਮੇਸ਼ਰ ਨੇ ਕੀ ਕੀਤਾ, ਤੁਸੀਂ ਸਾਰਾ ਚੌਥਾ ਚੈਪਟਰ ਆਪ ਘਰ ਪੜ੍ਹ ਲੈਣਾ, ਇਹਦੇ ਵਿੱਚ ਸਾਰਾ ਕੁਝ ਡਿਟੇਲ ਦੇ ਨਾਲ ਲਿਖਿਆ ਹੋਇਆ। ਪਰ ਮੈਂ ਤੁਹਾਨੂੰ ਸਮਾਂ ਥੋੜਾ ਹੁੰਦਿਆਂ ਹੋਇਆਂ ਕਰਕੇ ਤੁਹਾਨੂੰ ਸ਼ਾਰਟਕਟ ਦੱਸਦੀ ਹਾਂ। ਫਿਰ ਜਦੋਂ ਪਰਮੇਸ਼ਰ ਨੇ ਉਹ ਹਰੀ ਵੇਲ ਨੂੰ ਉਗਾਇਆ ਤੇ ਉਹਦੇ ਤੇ ਛਾਂ ਕੀਤੀ ਤੇ ਜੋਨਾ ਜਿਹੜਾ ਬਹੁਤ ਖੁਸ਼ ਹੋਇਆ, ਬਹੁਤ ਖੁਸ਼ ਹੋਇਆ। ਤੇ ਪਰਮੇਸ਼ਰ ਨੇ ਰਾਤ ਨੂੰ ਉਸੇ ਬੇਲ ਨੂੰ ਇੱਕ ਕੀੜਾ ਭੇਜਿਆ, ਜਿਹਨੇ ਉਸ ਬੇਲ ਦੀ ਜੜ ਨੂੰ ਖਾ ਲਿਆ। ਤੇ ਅਗਲੇ ਦਿਨ ਜਦੋਂ ਧੁੱਪ ਨਿਕਲੀ ਤੇ ਉਹ ਬੇਲ ਜਿਹੜੀ ਆ ਉਹ ਸੁੱਕ ਗਈ। ਤੇ ਫਿਰ ਜੋਨਾ ਨੂੰ ਬਹੁਤ ਗੁੱਸਾ ਆਇਆ, ਬਹੁਤ ਛੇਤੀ ਗੁੱਸੇ ਹੋ ਜਾਂਦਾ ਸੀ। ਅੱਜ ਵੀ ਕਈ ਭੈਣ ਭਰਾ ਹੈਗੇ ਕਿ ਛੇਤੀ ਗੁੱਸੇ ਹੋ ਜਾਂਦੇ ਆ। ਭੈਣੋ ਦੇ ਭਰਾਵੋ, ਗੁੱਸੇ ਨਾਲ ਕੁਝ ਨਹੀਂ ਬਣਨਾ। ਪਰਮੇਸ਼ਰ ਨੇ ਜੋ ਕਰਨਾ ਉਹਨੇ ਕਰਨਾ ਹੀ ਆ। ਹਾਲੇਲੂਇਆ। ਸਾਡੇ ਗੁੱਸੇ ਨਾਲ ਉਹਨੂੰ ਕੋਈ ਫਰਕ ਨਹੀਂ ਪੈਣਾ, ਬਲਕਿ ਉਹ ਨਾ ਗੁੱਸੇ ਹੋ ਜਾਵੇ। ਉਹਦੇ ਗੁੱਸੇ ਦੇ ਨਾਲ ਸਾਡੀਆਂ ਜ਼ਿੰਦਗੀਆਂ 'ਚ ਫਰਕ ਪੈ ਜਾਣਾ ਆ, ਸਾਡੀਆਂ ਜ਼ਿੰਦਗੀਆਂ ਖਰਾਬ ਹੋ ਜਾਣੀਆਂ, ਸਾਡੀ ਮੁਕਤੀ ਖੁੰਝ ਜਾਣੀ ਆ। ਧਿਆਨ ਦਈਏ ਕਿ ਉਹ ਸਾਡੇ ਨਾਲ ਗੁੱਸੇ ਨਾ ਹੋਵੇ, ਉਹਨੂੰ ਹਮੇਸ਼ਾ ਖੁਸ਼ ਰੱਖੀਏ। ਹਾਲੇਲੂਇਆ। ਫਿਰ ਕੀ ਹੋਇਆ, ਜਦੋਂ ਉਹ ਗੁੱਸੇ ਹੋਇਆ, ਉਦਾਸ ਹੋ ਗਿਆ, ਫਿਰ ਕਹਿਣ ਲੱਗਾ ਕਿ ਇਹਦੇ ਨਾਲੋਂ ਤਾਂ ਮੈਂ ਮਾਰੀ ਜਾਂਦਾ। ਉਹ ਛੇਤੀ ਇਦਾਂ ਕਰਨ ਲੱਗਿਆ ਸੀ ਜਿੱਦਾਂ ਅੱਜ ਕੱਲ੍ਹ ਜਿੱਦਾਂ ਕਹਿੰਦੇ ਹੁੰਦੇ ਕਿ ਕਈ ਭੈਣਾਂ ਬੀਬੀਆਂ ਕਹਿੰਦੀਆਂ ਇਹਦੇ ਨਾਲੋਂ ਤਾਂ ਮੈਂ ਮਾਰੀ ਜਾਂਦੀ ਜਦੋਂ ਘਰ 'ਚ ਕੋਈ ਮੁਸੀਬਤ ਆਉਂਦੀ ਆ। ਨਹੀਂ, ਸਾਨੂੰ ਇਦਾਂ ਨਹੀਂ ਕਹਿਣਾ ਚਾਹੀਦਾ। ਸਾਨੂੰ ਪਰਮੇਸ਼ਰ ਨੇ ਚੁਣਿਆ ਆ, ਜ਼ਿੰਮੇਵਾਰੀਆਂ ਦਿੱਤੀਆਂ ਆ ਆਪਣੇ ਪਰਿਵਾਰਾਂ ਦੇ ਵਿੱਚ ਵੀ। ਇਸ ਕਰਕੇ ਸਾਨੂੰ ਇਹਨਾਂ ਨੂੰ ਨਿਭਾਉਣਾ ਚਾਹੀਦਾ। ਦੁੱਖ ਤੇ ਤਕਲੀਫਾਂ ਤੇ ਆਉਂਦੀਆਂ ਹੀ ਰਹਿਣੀਆਂ ਆ, ਇਹ ਤਾਂ ਜ਼ਿੰਦਗੀ ਦਾ ਅੰਗ ਆ। ਵਚਨ 'ਚ ਕਿਤੇ ਨਹੀਂ ਲਿਖਿਆ ਕਿ ਤੁਹਾਡੇ ਤੇ ਦੁੱਖ ਤੇ ਤਕਲੀਫਾਂ ਨਹੀਂ ਆਉਣਗੀਆਂ। ਹਾਂ, ਆਉਣਗੀਆਂ, ਪਰ ਜੇ ਪਰਮੇਸ਼ਰ ਤੁਹਾਡੇ ਨਾਲ ਆ ਤੇ ਇਹ ਦੁੱਖ ਤਕਲੀਫਾਂ ਸਾਡਾ ਕੁਝ ਨਹੀਂ ਵਿਗਾੜ ਸਕਦੇ। ਪਰਮੇਸ਼ਰ ਸਾਨੂੰ ਇਹਨਾਂ ਦੇ ਵਿੱਚੋਂ ਇਦਾਂ ਹੀ ਕੱਢ ਕੇ ਬਾਹਰ ਲੈ ਆਊਗਾ। ਹਾਲੇਲੂਇਆ। ਧੰਨਵਾਦ ਕਰਦੀ ਪਰਮੇਸ਼ਰ ਦਾ। ਫਿਰ ਪਰਮੇਸ਼ਰ ਨੇ ਕੀ ਕਿਹਾ, ਆਪਾਂ ਚੌਥੇ ਚੈਪਟਰ ਦਾ 9ਵਾਂ ਵਰਸ ਪੜ੍ਹਦੇ ਹਾਂ। ਪਰ ਪਰਮੇਸ਼ਰ ਨੇ ਜੋਨਾ ਨੂੰ ਕਿਹਾ, ਕੀ ਬੇਲ ਦੇ ਲਈ ਗੁੱਸਾ ਕਰਨਾ ਤੇਰੇ ਲਈ ਠੀਕ ਹੈ? ਜੋਨਾ ਨੇ ਉੱਤਰ ਦਿੱਤਾ, ਹਾਂ, ਕਿਉਂ ਨਹੀਂ। ਮੰਨਿਆ ਨਹੀਂ ਫਿਰ ਵੀ, ਕਹਿੰਦਾ ਕਿਉਂ ਨਹੀਂ ਪਰਮੇਸ਼ਰ, ਮੈਂ ਗੁੱਸਾ ਕਰ ਸਕਦਾ, ਕਿਉਂਕਿ ਪਰਮੇਸ਼ਰ ਨੇ ਫ੍ਰੀ ਵਿਲ ਦਿੱਤੀ ਹੋ ਆ, ਅਸੀਂ ਜੋ ਵੀ ਚਾਹੇ ਕਰ ਸਕਦੇ ਹਾਂ। ਪਰ ਸਾਡੀ ਮਰਜ਼ੀ ਦੇ ਮਾਲਕ ਹੋਣ ਨਾਲ ਕਈ ਵਾਰੀ ਅਸੀਂ ਨੁਕਸਾਨ ਕਰ ਸਕਦੇ ਹਾਂ। ਇਸ ਕਰਕੇ ਸਾਨੂੰ ਪਰਮੇਸ਼ਰ ਦੇ ਵਚਨਾਂ ਤੇ ਚੱਲਣਾ ਬਹੁਤ ਜ਼ਰੂਰੀ ਆ। ਹਾਲੇਲੂਇਆ। ਮੇਰੇ ਲਈ ਮੌਤ ਦੇ ਲਈ ਗੁੱਸਾ ਹੋਣਾ ਠੀਕ ਹੀ ਹੈ, ਮੈਨੂੰ ਮਰਨਾ ਹੀ ਚਾਹੀਦਾ ਆ, ਕਹਿੰਦਾ। ਤਦ ਪ੍ਰਭੂ ਨੇ ਜੋਨਾ ਨੂੰ ਕਿਹਾ, ਤੈਨੂੰ ਇਸ ਬੇਲ ਤੇ ਬਹੁਤ ਤਰਸ ਆਇਆ, ਜਿਸ ਤੇ ਤੂੰ ਨਾ ਕੋਈ ਮਿਹਨਤ ਕੀਤੀ ਅਤੇ ਨਾ ਹੀ ਤੂੰ ਇਹਨੂੰ ਉਗਾਇਆ, ਜੋ ਕੇਵਲ ਇੱਕ ਰਾਤ ਵਿੱਚ ਉੱਗੀ ਅਤੇ ਇੱਕ ਰਾਤ ਵਿੱਚ ਹੀ ਸੁੱਕ ਗਈ। ਸੋ ਇਸ ਦੇ ਟਾਕਰੇ ਵਿੱਚ ਮੈਨੂੰ ਉਸ ਵੱਡੇ ਨਗਰ ਨਿਨਵਾ ਤੇ ਕਿੰਨਾ ਤਰਸ ਕਰਨਾ ਚਾਹੀਦਾ ਹੈ, ਜਿਸ ਦੇ ਵਿੱਚ 1,20,000 ਤੋਂ ਵੀ ਵੱਧ ਇਹੋ ਜਿਹੇ ਲੋਕ ਰਹਿ ਰਹੇ ਸਨ ਜੋ ਆਪਣੇ ਸੱਜੇ ਖੱਬੇ ਦਾ ਫਰਕ ਵੀ ਨਹੀਂ ਸੀ ਜਾਣਦੇ, ਅਤੇ ਇਹਨਾਂ ਦੇ ਨਾਲ ਹੀ ਅਣਗਿਣਤ ਪਸ਼ੂ ਵੀ। ਪਰਮੇਸ਼ਰ ਕਹਿੰਦੇ ਆ ਇੱਥੇ ਜੋਨਾ ਨੂੰ ਕਿ ਤੈਨੂੰ ਤਾਂ ਬਹੁਤ ਗੁੱਸਾ ਆਇਆ ਕਿ ਇੱਕ ਬੇਲ ਜਿਹੜੀ ਸੁੱਕ ਗਈ, ਨਾ ਤਾਂ ਤੂੰ ਉਹ ਬੀਜੀ ਸੀ, ਨਾ ਕੋਈ ਮਿਹਨਤ ਕੀਤੀ ਸੀ,
ਆਪੇ ਜੰਮੀ ਤੇ ਆਪੇ ਸੁੱਕ ਗਈ, ਤੇ ਤੈਨੂੰ ਇੰਨਾ ਗੁੱਸਾ ਹੋਣ ਦੀ ਕੀ ਲੋੜ ਆ। ਪਰ ਜਿਹੜੇ ਉਹ 99 ਸ਼ਹਿਰ ਦੇ ਲੋਕ ਆ, ਜਿਨ੍ਹਾਂ ਨੂੰ, ਜਿਹੜੇ ਮੇਰੇ ਲੋਕ ਆ, ਉਹਦੇ ਵਿੱਚ ਪਰਮੇਸ਼ਰ ਕਹਿੰਦੇ ਕਿ 1,20,000 ਤੋਂ ਜ਼ਿਆਦਾ ਲੋਕ ਸੀ ਜਿਹੜੇ ਸੱਜੇ ਖੱਬੇ ਦਾ ਫਰਕ ਵੀ ਨਹੀਂ ਜਾਣਦੇ, ਰੱਬ ਤੋਂ ਡਰਨ ਵਾਲੇ ਲੋਕ ਸੀ। ਤੇ ਕੀ ਮੈਂ ਉਹਨਾਂ ਦੇ ਨਾਲ, ਉਹਨਾਂ ਪਾਪੀਆਂ ਦੇ ਨਾਲ, ਉਹਨਾਂ ਨੂੰ ਵੀ ਨਾਸ਼ ਹੋਣ ਦਿੰਦਾ, ਜਿਹੜੇ ਪਸ਼ੂ ਵੀ ਸੀ, ਜਾਨਵਰ ਵੀ ਸੀ। ਇਸ ਕਰਕੇ ਭੈਣੋ ਤੇ ਭਰਾਵੋ, ਇੱਥੇ ਮੈਂ ਦੱਸਣਾ ਚਾਹੁੰਦੀ ਆ, ਜੇ ਤੁਸੀਂ ਧਰਮੀ ਆ, ਜੇ ਤੁਸੀਂ ਪਰਮੇਸ਼ਰ ਤੇ ਵਿਸ਼ਵਾਸ ਕੀਤਾ ਆ, ਤਾਂ ਪਰਮੇਸ਼ਰ ਤੁਹਾਨੂੰ ਨਾਸ਼ ਨਹੀਂ ਹੋਣ ਦਊਗਾ। ਚਾਹੇ ਆਲੇ ਦੁਆਲੇ ਜਿੰਨਾ ਮਰਜ਼ੀ ਪਾਪ ਹੋਵੇ, ਚਾਹੇ ਜਿੰਨੀਆਂ ਮਰਜ਼ੀ ਬਿਮਾਰੀਆਂ ਇਸ ਦੁਨੀਆ ਤੇ ਆ ਜਾਣ, ਜਿੰਨੇ ਮਰਜ਼ੀ ਤੂਫਾਨ ਆ ਜਾਣ, ਪਰ ਪਰਮੇਸ਼ਰ ਤੁਹਾਨੂੰ ਫਿਰ ਵੀ ਬਚਾਵੇਗਾ। ਇਹ ਪਰਮੇਸ਼ਰ ਦੇ ਵਚਨ ਦੇ ਵਿੱਚ ਆਪਾਂ ਜਗ੍ਹਾ ਜਗ੍ਹਾ ਦੇਖਦੇ ਹਾਂ। ਇੱਥੇ ਵੀ ਪਰਮੇਸ਼ਰ ਕਹਿੰਦਾ ਕਿ ਜਿਹੜੇ 1,20,000 ਸੀ, ਮੈਂ ਉਹਨਾਂ ਨੂੰ ਥੋੜੀ ਉਹਨਾਂ ਪਾਪੀਆਂ ਦੇ ਖਾਤਰ ਕਰਕੇ ਨਾਸ਼ ਕਰ ਦੇਣਾ ਸੀ। ਉਹਨਾਂ 1,20,000 ਨੂੰ ਬਚਾਉਣ ਦੀ ਖਾਤਰ ਪਰਮੇਸ਼ਰ ਨੇ ਪਾਪੀਆਂ ਨੂੰ ਬਚਾ ਲਿਆ। ਹਾਲੇਲੂਇਆ! ਕਿੰਨਾ ਦਿਆਲੂ ਤੇ ਕਿਰਪਾਲੂ ਪਰਮੇਸ਼ਰ ਹੈ, ਉਹਦੀ ਵਡਿਆਈ ਹੋਵੇ। ਇੱਕ ਮੈਂ ਇਸ ਬੁੱਕ ਦੇ ਸ਼ੁਰੂ ਦੇ ਵਿੱਚ ਜਿਹੜਾ ਪੜ੍ਹਿਆ ਸੀ, ਭੂਮਿਕਾ ਦੇ ਵਿੱਚ ਪੜ੍ਹਿਆ ਸੀ, ਐਂਡ ਦੇ ਵਿੱਚ ਪਰਮੇਸ਼ਰ ਜਿਹੜਾ ਆ ਆਪਣੇ ਲੋਕਾਂ ਦੇ ਵੈਰੀਆਂ ਨੂੰ ਮਾਫ ਕਰਕੇ ਬਚਾਉਣ ਦਾ ਅਧਿਕ ਚਾਹਵਾਨ ਆ, ਬਜਾਏ ਇਸ ਦੇ ਕਿ ਉਹਨਾਂ ਨੂੰ ਸਜ਼ਾ ਦੇਵੇ। ਪਰਮੇਸ਼ਰ ਦੇ ਲੋਕ ਜਿਹੜੇ ਆ, ਪਰਮੇਸ਼ਰ ਜਿਹੜਾ ਆ ਉਹਨਾਂ ਦੇ ਬੈਰੀਆਂ ਨੂੰ ਨਾਸ਼ ਕਰਨ ਦੀ ਬਜਾਏ ਬਚਾਉਣ ਦਾ ਅਧਿਕ ਚਾਹਵਾਨ ਆ। ਕਿੰਨਾ ਪਿਆਰਾ ਪਰਮੇਸ਼ਰ ਆ, ਜਿਹੜਾ ਸਾਡੇ ਦੁਸ਼ਮਣਾਂ ਨੂੰ ਵੀ ਬਚਾਉਣਾ ਚਾਹੁੰਦਾ ਆ, ਜਿਹੜਾ ਸਾਡੇ ਸਤਾਉਣ ਵਾਲਿਆਂ ਨੂੰ ਵੀ ਬਚਾਉਣਾ ਚਾਹੁੰਦਾ ਹੈ। ਜਿਸ ਤਰ੍ਹਾਂ ਵਚਨ ਦੇ ਵਿੱਚ ਲਿਖਿਆ ਆ ਕਿ ਸਤਾਉਣ ਵਾਲਿਆਂ ਲਈ ਦੁਆ ਕਰੋ। ਇਸ ਲਈ ਪਰਮੇਸ਼ਰ ਉਹਨਾਂ ਨੂੰ ਬਚਾਉਣਾ ਚਾਹੁੰਦਾ ਆ। ਤਾਂ ਹੀ ਪਰਮੇਸ਼ਰ ਚਾਹੁੰਦਾ ਉਹਨਾਂ ਲਈ ਆਪਾਂ ਦੁਆ ਕਰੀਏ ਕਿ ਪਰਮੇਸ਼ਰ ਇਹਨਾਂ ਨੂੰ ਨਹੀਂ ਪਤਾ ਇਹ ਕੀ ਕਰਦੇ ਆ। ਜਿਸ ਤਰ੍ਹਾਂ ਪ੍ਰਭੂ ਯਿਸੂ ਮਸੀਹ ਨੇ ਸਲੀਬ ਦੇ ਉੱਤੇ ਕਿਹਾ ਸੀ, ਜਿਨ੍ਹਾਂ ਨੇ ਉਹਨਾਂ ਨੂੰ ਸਲੀਬ ਦਿੱਤੀ ਸੀ, ਉਹਨਾਂ ਨੂੰ ਕਿਹਾ ਸੀ, ਪਿਤਾ ਇਹਨਾਂ ਨੂੰ ਨਹੀਂ ਪਤਾ ਇਹ ਕੀ ਕਰਦੇ ਆ, ਇਹਨਾਂ ਨੂੰ ਮਾਫ ਕਰ। ਜੇ ਉਹਨਾਂ ਨੂੰ ਪਤਾ ਹੁੰਦਾ ਤਾਂ ਉਹ ਪਰਮੇਸ਼ਰ ਨੂੰ ਸੂਲੀ ਤੇ ਨਾ ਚੜਾਉਂਦੇ। ਇਹੀ ਭੈਣੋ ਤੇ ਭਰਾਵੋ, ਅੱਜ ਦੇ ਵਚਨ ਦੇ ਵਿੱਚ ਆਪਾਂ ਸਿੱਖਦੇ ਹਾਂ ਕਿ ਪਰਮੇਸ਼ਰ ਹਰ ਇੱਕ ਨੂੰ ਬਚਾਉਣਾ ਚਾਹੁੰਦਾ ਆ, ਚਾਹੇ ਉਹ ਪਾਪੀ ਹੋਵੇ, ਚਾਹੇ ਉਹ ਧਰਮੀ ਹੋਵੇ। ਪਰਮੇਸ਼ਰ ਹਰ ਇੱਕ ਨੂੰ ਬਚਾਉਣਾ ਚਾਹੁੰਦਾ ਆ। ਪਰਮੇਸ਼ਰ ਪਿਆਰ ਆ, ਪਰਮੇਸ਼ਰ ਕਿਰਪਾਲੂ ਆ, ਪਰਮੇਸ਼ਰ ਦਿਆਲੂ ਆ, ਤੇ ਉਹ ਬਹੁਤ ਪਿਆਰਾ ਪਰਮੇਸ਼ਰ ਆ। ਉਹ ਨਹੀਂ ਚਾਹੁੰਦਾ ਕਿ ਅਸੀਂ ਕੋਈ ਵੀ ਨਾਸ਼ ਹੋਈਏ। ਹਾਂ, ਕਈ ਭੈਣ ਭਰਾ ਕਹਿੰਦੇ ਕਿ ਅਸੀਂ ਕਿੱਦਾਂ ਕਰ ਸਕਦੇ ਦੁਆ। ਕਈਆਂ ਨੂੰ ਪਤਾ ਨਹੀਂ ਕਿ ਵਚਨ ਕਿੱਦਾਂ ਪੜ੍ਹ ਸਕਦੇ ਆ, ਕਿੱਦਾਂ ਅਸੀਂ ਬਚ ਸਕਦੇ ਇਸ ਗੁਨਾਹ ਦੇ ਵਿੱਚੋਂ। ਭੈਣੋ ਤੇ ਭਰਾਵੋ, ਅੱਜ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਤੁਸੀਂ ਵਚਨ, ਬਾਈਬਲ ਨੂੰ, ਪਵਿੱਤਰ ਬਾਈਬਲ ਨੂੰ ਪੜ੍ਹੋ। ਇਹਦੇ ਵਿੱਚ ਤੁਹਾਨੂੰ ਸਮਝ ਲੱਗੂਗੀ ਕਿ ਪਰਮੇਸ਼ਰ ਕੀ ਆ, ਕੌਣ ਪਰਮੇਸ਼ਰ ਆ ਜਿਹੜਾ ਇੰਨਾ ਕੁਝ ਕਰਦਾ ਆ, ਤੇ ਕਿਸ ਤਰ੍ਹਾਂ ਉਹਦੇ ਅੱਗੇ ਦੁਆ ਕਰਨੀ। ਕਈ ਭੈਣ ਭਰਾ ਕਹਿੰਦੇ ਕਿ ਸਾਨੂੰ ਦੁਆ ਨਹੀਂ ਕਰਨੀ ਆਉਂਦੀ। ਸਾਨੂੰ ਤੁਸੀਂ ਦੁਆ ਕਰਨੀ ਸਿਖਾਓ। ਜਦੋਂ ਤੁਸੀਂ ਵਚਨ ਨੂੰ ਪੜ੍ਹੋਗੇ, ਤੁਹਾਨੂੰ ਆਪਣੇ ਆਪ ਦੁਆ ਕਰਨੀ ਆ ਜਾਣੀ ਆ, ਕਿਉਂਕਿ ਇਹਦੇ ਵਿੱਚ ਸ਼ਕਤੀ ਆ, ਇਹਦੇ ਵਿੱਚ ਮਨ ਬਦਲਣ ਦੀ ਸ਼ਕਤੀ ਆ। ਹਾਲੇਲੂਇਆ! ਜਿਸ ਤਰ੍ਹਾਂ ਆਪਾਂ ਦੇਖਾਂਗੇ ਭਜਨ 68 ਦਾ 20 ਵਰਸ, 68 ਦਾ 20ਵਾਂ ਵਰਸ ਕਹਿੰਦਾ, ਸਾਡਾ ਮੁਕਤੀ ਦਾਤਾ ਪਰਮੇਸ਼ਰ ਹੈ। ਸਾਡਾ ਮੁਕਤੀ ਦਾਤਾ ਕੌਣ ਆ? ਪਰਮੇਸ਼ਰ ਆ। ਇਹ ਯਾਦ ਰੱਖਣਾ ਆ। ਉਹੀ ਮੌਤ ਤੋਂ ਸਾਡਾ ਬਚਾਅ ਕਰ ਸਕਦਾ ਹੈ। ਇਹ ਵਚਨ ਦੇ ਵਿੱਚ ਲਿਖਿਆ 68 ਭਜਨ ਦੇ 20ਵੇਂ ਵਰਸ ਦੇ ਵਿੱਚ, ਸਾਡਾ ਮੁਕਤੀ ਦਾਤਾ ਪਰਮੇਸ਼ਰ ਹੈ, ਉਹੀ ਮੌਤ ਤੋਂ ਸਾਡਾ ਬਚਾਅ ਕਰਦਾ ਆ। ਤੇ ਫਿਰ ਕਿਉਂ ਨਹੀਂ ਉਹਦੇ ਕੋਲ ਆ ਕੇ ਅਸੀਂ ਤੋਬਾ ਕਰਕੇ ਉਹਦੇ ਨਾਲ ਬਣਾ ਕੇ ਤੇ ਉਸ ਮੌਤ ਤੋਂ ਬਚ ਸਕਦੇ ਹਾਂ। ਇਹ ਵੀ ਇੱਕ ਦੁਆ ਆ। ਫਿਰ ਆਪਾਂ ਦੇਖਦੇ ਹਾਂ ਫਿਲਿੱਪੀਆਂ ਦਾ 2 ਚੈਪਟਰ ਦਾ 4ਥੇ ਚੈਪਟਰ ਦਾ 6ਵਾਂ ਵਰਸ। ਵਚਨ 'ਚ ਲਿਖਿਆ, ਕਿਸੇ ਗੱਲ ਦੀ ਚਿੰਤਾ ਨਾ ਕਰ, ਸਗੋਂ ਜੋ ਕੁਝ ਵੀ ਹੋਵੇ ਪ੍ਰਭੂ ਪਰਮੇਸ਼ਰ ਨੂੰ ਦੱਸੋ। ਗੱਲ ਕੀ, ਪ੍ਰਾਰਥਨਾਵਾਂ ਅਤੇ ਅਰਦਾਸਾਂ ਦੁਆਰਾ ਉਸ ਦਾ ਧੰਨਵਾਦ ਕਰੋ। ਕਹਿੰਦਾ ਕਿਸੇ ਗੱਲ ਦੀ ਚਿੰਤਾ ਨਾ ਕਰੋ। ਜੋ ਵੀ ਤੁਹਾਡੇ ਅੰਦਰ ਬੁਰਾਈ, ਚੰਗਾਈ, ਜੋ ਕੁਝ ਵੀ ਹੈਗਾ, ਪਰਮੇਸ਼ਰ ਨੂੰ ਦੱਸੋ। ਕਿੱਦਾਂ? ਅਰਦਾਸਾਂ ਨਾਲ, ਧੰਨਵਾਦਾਂ ਨਾਲ, ਦੁਆਵਾਂ ਦੇ ਰਾਹੀਂ ਪਰਮੇਸ਼ਰ ਨੂੰ ਦੱਸੋ। ਹਾਲੇਲੂਇਆ! ਇਸ ਕਰਕੇ ਆਪਾਂ ਕਿਸੇ ਵੀ ਤਰ੍ਹਾਂ ਪਰਮੇਸ਼ਰ ਦੇ ਅੱਗੇ ਆ ਸਕਦੇ ਹਾਂ, ਕਿਉਂਕਿ ਉਹ ਸਾਡਾ ਪਿਤਾ ਆ, ਉਹ ਸਾਡਾ ਬਣਾਉਣ ਵਾਲਾ, ਉਹ ਸਾਡਾ ਪਰਮੇਸ਼ਰ ਆ। ਜਿਸ ਤਰ੍ਹਾਂ ਅਸੀਂ ਆਪਣੇ ਮਾਂ-ਬਾਪ ਦੇ ਸਾਹਮਣੇ ਜਾ ਕੇ ਆਪਾਂ ਸਭ ਕੁਝ ਬੋਲਦੇ ਹਾਂ, ਖੁੱਲ੍ਹ ਕੇ ਇਦਾਂ ਪਰਮੇਸ਼ਰ ਨਾਲ ਗੱਲ ਕਰ ਸਕਦੇ ਹਾਂ। ਹਾਲੇਲੂਇਆ!
ਅੱਜ ਜੇ ਕਿਸੇ ਦੀ ਵੀ ਜ਼ਿੰਦਗੀ ਦੇ ਵਿੱਚ ਕੋਈ ਤੂਫਾਨ ਆ, ਕੋਈ ਹਨੇਰੀ ਆ, ਕੋਈ ਰਾਹ ਨਹੀਂ ਦਿਸ ਰਿਹਾ, ਕੋਈ ਮੁਸ਼ਕਲ ਆ, ਭੈਣੋ ਤੇ ਭਰਾਵੋ, ਮੈਂ ਤੁਹਾਨੂੰ ਅੱਜ ਇਹੀ ਇੱਕ ਵਿਸ਼ਵਾਸ ਦਿਲਾਉਣਾ ਚਾਹੁੰਦੀ ਆ, ਇੱਕੋ ਹੀ ਆ ਜਿਹੜਾ ਕਹਿੰਦਾ ਰਾਹ ਸੱਚ ਤੇ ਜ਼ਿੰਦਗੀ ਮੈਂ ਆ, ਉਹ ਪ੍ਰਭੂ ਯਿਸੂ ਮਸੀਹ ਆ, ਉਹ ਪਰਮੇਸ਼ਰ ਆ ਖੁਦ। ਉਹਦੇ ਕੋਲ ਆਓ, ਆਪਣੇ ਪਾਪਾਂ ਦੀ ਮਾਫੀ ਮੰਗੋ, ਤੋਬਾ ਕਰੋ ਤੇ ਜੀਵਨ ਪ੍ਰਾਪਤ ਕਰੋ। ਹਾਲੇਲੂਇਆ। ਪਰਮੇਸ਼ਰ ਦਾ ਧੰਨਵਾਦ ਕਰਦੇ ਹਾਂ। ਮੈਂ ਵਿਸ਼ਵਾਸ ਕਰਦੀ ਹਾਂ ਕਿ ਅੱਜ ਦੇ ਵਚਨ ਦੇ ਵਿੱਚੋਂ ਤੁਹਾਨੂੰ ਬਰਕਤ ਮਿਲੀ ਹੋਊਗੀ, ਕਿਉਂਕਿ ਜਦੋਂ ਮੈਂ ਇਸ ਵਚਨ ਨੂੰ ਤਿਆਰ ਕਰ ਰਹੀ ਸੀ, ਇਸ ਕਿਤਾਬ ਨੂੰ ਪੜ੍ਹ ਰਹੀ ਸੀ, ਮੈਨੂੰ ਵੀ ਬਹੁਤ ਬਰਕਤ ਮਿਲੀ ਆ। ਪਰਮੇਸ਼ਰ ਦਾ ਮੈਂ ਧੰਨਵਾਦ ਕਰਦੀ ਹਾਂ। ਔਰ ਮੈਂ ਤੁਹਾਡੇ ਅੱਗੇ ਰਿਕੁਐਸਟ ਕਰਦੀ ਹਾਂ, ਜੇ ਅੱਜ ਕਿਸੇ ਦਾ ਵੀ ਦਿਲ ਬਦਲਿਆ ਹੋਵੇ, ਕਿਸੇ ਨੂੰ ਵੀ ਪਰਮੇਸ਼ਰ ਦੀ ਜ਼ਰੂਰਤ ਮਹਿਸੂਸ ਹੋਈ ਹੋਵੇ, ਕੋਈ ਵੀ ਭੈਣ ਭਰਾ ਤੋਬਾ ਕਰਨੀ ਚਾਹੁੰਦਾ ਹੋਵੇ, ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਆ। ਤੁਸੀਂ ਸਾਡੀ ਵੈਬਸਾਈਟ ਤੇ ਰਿਵਾਈਵਲ ਪੰਜਾਬੀ ਚਰਚ ਤੇ ਜਾ ਕੇ ਤੁਸੀਂ ਉੱਥੇ ਸਾਡਾ ਫੋਨ ਨੰਬਰ ਆ, ਤੁਸੀਂ ਕਾਲ ਕਰਕੇ ਸਾਡੇ ਤੋਂ ਪ੍ਰੇਅਰ ਕਰਾ ਸਕਦੇ ਆ। ਅਸੀਂ ਤੁਹਾਡੇ ਲਈ ਦੁਆ ਕਰਨੀ ਚਾਹੁੰਦੇ ਆ। ਅਸੀਂ ਪਰਮੇਸ਼ਰ ਦੇ ਉਸ ਮਕਸਦ ਨੂੰ ਪੂਰਾ ਕਰਨਾ ਚਾਹੁੰਦੇ ਆ ਜਿਸ ਕਰਕੇ ਉਹਨੇ ਸਾਨੂੰ ਚੁਣਿਆ ਆ, ਜਿਸ ਕਰਕੇ ਅਸੀਂ ਪ੍ਰਭੂ ਦੀ ਸੇਵਾ ਦੇ ਵਾਸਤੇ, ਮਨੁੱਖਤਾ ਦੀ ਸੇਵਾ ਦੇ ਵਾਸਤੇ, ਰੂਹਾਂ ਬਚਾਉਣ ਵਾਸਤੇ ਅਸੀਂ ਰਿਵਾਈਵਲ ਪੰਜਾਬੀ ਚਰਚ ਦੇ ਵਿੱਚ ਭੈਣੋ ਤੇ ਭਰਾਵੋ ਅਸੀਂ ਸੇਵਾ ਦੇ ਲਈ ਖੜੇ ਆ। ਹਾਲੇਲੂਇਆ। ਗॉड ਬlesਸ ਯੂ ਆਲ। ਆਮੇਨ।